ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਗਊ ਬਿਰਾਹਮਣ ਕਉ ਕਰ ਲਾਵਹੁ, ਗੋਬਰ ਤਰਨ ਨਾ ਜਾਈ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾ ਖਾਇ। ਗਊ ਬਿਰਾਹਮਣ ਕਉ ਕਰ ਲਾਵਹੁ, ਗੋਬਰ ਤਰਨ ਨਾ ਜਾਈ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾ ਖਾਇ। ਅੰਤਰ ਪੂਜਾ ਪੜ੍ਹੈ ਕਤੇਬਾ, ਸੰਜਮ ਤੁਰਕਾਂ ਭਾਈ। ਛੋਡੀ ਲੈ ਪਾਖੰਡਾ, ਨਾਮ ਲਏ ਜਾਹੇ ਤਰੰਦਾ। ਛੋਡੀ ਲੈ ਪਾਖੰਡਾ, ਨਾਮ ਲਏ ਜਾਹੇ ਤਰੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਿਕ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਇਸ ਵਿਸ਼ੇਸ਼ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦਾ ਸਦਕਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਵਰਤੀ ਕਿ ਪਹਿਲੀ ਵਾਰ ਇਸ ਸ਼ਹਿਰ ਵਿੱਚ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿਵੇਂ ਆਪ ਭਲੀ ਭਾਂਤ ਜਾਣਦੇ ਹੋ ਕਿ ਲੜੀਵਾਰ ਆਸਾ ਕੀ ਵਾਰ ਦੀ ਵਿਚਾਰ ਵਿਆਖਿਆ ਚੈਨਲ PTC ਰਾਹੀਂ ਤਕਰੀਬਨ ਰੋਜ਼ ਆਪ ਸੰਗਤ ਦੀ ਸੇਵਾ ਕੀਤੀ ਜਾ ਰਹੀ ਹੈ। ਦਾਸ ਨੇ ਵੱਖ-ਵੱਖ ਥਾਵਾਂ ਤੇ ਇਸ ਲੜੀਵਾਰ ਕਥਾ ਦੀ ਵਿਚਾਰ ਸੰਗਤ ਦੇ ਨਾਲ ਸਾਂਝੀ ਕੀਤੀ। ਹੁਣ ਤੱਕ 15 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਅੱਜ 16ਵੀਂ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪੌੜੀ ਦੇ ਨਾਲ 2 ਸ਼ਲੋਕ ਨੇ।
ਤੇ ਦੋਨਾਂ ਸ਼ਲੋਕਾਂ ਦੇ ਉਚਾਰਨ ਕਰਤਾ ਆਦਿ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ। ਪੰਜ ਦੀਵਾਨ ਅੱਜ ਸਮੇਤ ਸਾਡੇ ਕੋਲ ਨੇ। ਯਤਨ ਕਰਾਂਗਾ ਜੇਕਰ ਆਪ ਜੀ ਇਕਾਗਰਤਾ ਬਖਸ਼ੋਗੇ, ਇਹਨਾਂ ਪੰਜਾਂ ਦੀਵਾਨਾਂ ਦੇ ਅੰਦਰ ਇਸ ਪਵਿੱਤਰ ਪੌੜੀ ਔਰ ਸ਼ਲੋਕ ਦੀ ਵਿਚਾਰ ਆਪ ਨਾਲ ਸਾਂਝੀ ਕਰ ਸਕਾਂ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਅਰਜ਼ ਕਰ ਦੇਵਾਂ ਜ਼ਰੂਰ। ਜਿਹੜੇ ਰੋਜ਼ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਪਾਠ ਕਰਦੇ ਨੇ ਜਾਂ ਰੋਜ਼ ਹਜ਼ੂਰ ਦੀ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਦੇ ਨੇ, ਮੇਰਾ ਖਿਆਲ ਉਹਨਾਂ ਨੂੰ ਘੱਟੋ ਘੱਟ ਇਹਨਾਂ ਸਲੋਕਾਂ ਦੀ ਥੋੜ੍ਹੀ ਬਹੁਤੀ ਜਾਣਕਾਰੀ ਜ਼ਰੂਰ ਹੋਵੇਗੀ। ਗੁਰਬਾਣੀ ਅਰਥਾਂ ਦਾ ਮਕਸਦ, ਕਥਾ ਵਿਚਾਰ ਦਾ ਮਤਲਬ, ਇੱਕ ਤਾਂ ਉਸ ਸ਼ਬਦ ਦੀ ਗਹਿਰਾਈ ਵਿੱਚ ਜਾਈਏ ਜੋ ਸ਼ਬਦ ਆਪਾਂ ਵਿਚਾਰਨ ਤੁਰੇ ਹਾਂ। ਉਹ ਸ਼ਬਦ ਕਿਸ ਸੰਦਰਭ ਵਿੱਚ ਕਿਹਾ ਗਿਆ, ਉਸ ਨੂੰ ਕੀ ਉਪਦੇਸ਼ ਗੁਰਦੇਵ ਨੇ ਦਿੱਤਾ, ਉਸ ਉਪਦੇਸ਼ ਨੂੰ, ਉਸ ਪਰਪੇਖ ਨੂੰ ਜਾਂ ਉਸ ਸੰਦਰਭ ਨੂੰ ਆਪਾਂ ਜ਼ਰੂਰ ਜ਼ਿਹਨ ਵਿੱਚ ਰੱਖ ਕੇ ਚੱਲੀਏ। ਤੇ ਦਾਸ ਦਾ ਇਹ ਪੂਰਾ ਯਤਨ ਹੈ ਕਿ ਆਸਾ ਕੀ ਵਾਰ ਤਕਰੀਬਨ ਹਰ ਗੁਰੂ ਘਰ ਅੰਦਰ ਅੰਮ੍ਰਿਤ ਵੇਲੇ ਗਾਇਨ ਕੀਤੀ ਜਾਂਦੀ ਹੈ, ਪਰ ਪਿਆਰਿਓ ਆਸਾ ਕੀ ਵਾਰ ਦੇ ਅਰਥ ਬੋਧ ਸਾਰੀ ਸੰਗਤ ਨੂੰ ਕੋਈ ਪਤਾ ਨਹੀਂ। ਜਿੰਨੀ ਦੇਰ ਤੱਕ ਅਰਥ ਬੋਧ ਪਤਾ ਨਹੀਂ, ਉਨੀ ਦੇਰ ਤੱਕ ਆਪਾਂ ਉਹਨੂੰ ਪ੍ਰੈਕਟਿਸ ਵਿੱਚ ਕਿਵੇਂ ਲਿਆ ਸਕਾਂਗੇ। ਜੇ ਸਮਝ ਹੀ ਨਹੀਂ ਅਰਥਾਂ ਦੀ ਤੇ ਉਹਦਾ ਅਭਿਆਸ ਜਾਂ ਉਸ ਨੂੰ ਆਪਣੇ ਅਮਲੀ ਜੀਵਨ ਵਿੱਚ ਜਾਂ ਆਪਣੀ ਜ਼ਿੰਦਗੀ ਵਿੱਚ ਕਿਵੇਂ ਅਪਣਾ ਸਕਾਂਗੇ। ਇਸ ਵਾਸਤੇ ਇੱਕ ਉਦਮ ਸੀ ਕਿ ਆਸਾ ਕੀ ਵਾਰ ਦੀ ਕਥਾ ਸਿੱਖ ਸੰਗਤ ਨਾਲ ਜ਼ਰੂਰ ਸਾਂਝ ਪਾਈ ਜਾਏ। ਆਓ ਅੱਜ ਜੋ ਸ਼ਲੋਕ ਆਪ ਨੇ ਸਰਵਣ ਕੀਤਾ, ਮੈਂ ਅਰਜ਼ ਕੀਤੀ ਇਹ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ। ਇਸ ਸ਼ਲੋਕ ਵਿੱਚ ਗੁਰਦੇਵ ਨੇ ਪਖੰਡ ਛੱਡਣ ਲਈ ਤੇ ਪਰਮਾਤਮਾ ਦਾ ਨਾਮ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨ ਵਾਸਤੇ ਸਾਨੂੰ ਪ੍ਰੇਰਨਾ ਦਿੱਤੀ ਹੈ। ਤੇ ਇਸ ਨੂੰ ਮਹਿਸੂਸ ਕੋਈ ਨਾ ਕਰਿਓ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਆਸਾ ਕੀ ਵਾਰ ਦੀ ਵਿਚਾਰ ਕਥਾ, ਇਸ ਵਿੱਚ ਸਾਰਾ ਸਿਸਟਮ ਆ ਜਾਂਦਾ। ਪ੍ਰਬੰਧਕ, ਪ੍ਰਚਾਰਕ, ਕੀਰਤਨੀਏ, ਰਾਜੇ, ਬ੍ਰਾਹਮਣ, ਖੱਤਰੀ, ਸ਼ੂਦ, ਵੈਸ਼, ਕਾਜੀ, ਮੁੱਲਾ, ਸਾਰੇ ਇਹਦੇ ਵਿੱਚ ਆ ਜਾਂਦੇ ਨੇ। ਤੇ ਸੱਚ ਇਹ ਵੇ ਉਹਨਾਂ ਔਗਣਾਂ ਨੂੰ ਜਾਂ ਉਹਨਾਂ ਭੇਖਾਂ ਤੇ ਪਖੰਡਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ ਵਿੱਚ ਇਹ ਪ੍ਰਗਟ ਕੀਤਾ ਤੇ ਉਸ ਪਖੰਡ ਪਰਪੰਚ ਤੋਂ ਬਚਾ ਕੇ ਸਤਿਗੁਰਾਂ ਨੇ ਨਿਰੋਲ ਸੱਚ ਮਾਰਗ ਤੇ ਚੱਲਣ ਵਾਸਤੇ ਪ੍ਰੇਰਨਾ ਦਿੱਤੀ। ਆਓ ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਮੈਂ ਅਰਜ਼ ਕਰਾਂਗਾ ਜੇਕਰ ਆਪ ਇਕਾਗਰਤਾ ਬਖਸ਼ੋਗੇ, ਉਹਦੇ ਵਿੱਚ ਮੈਨੂੰ ਵੀ ਗੱਲ ਸ਼ਬਦ ਕਹਿਣ ਦਾ ਰਸ ਆਏਗਾ। ਤੇ ਜੇ ਇਕਾਗਰਤਾ ਨਾ ਬਣੀ, ਸੱਚ ਐਵੇਂ ਫਿਰ ਮੈਂ ਸਮਝਾਂਗਾ ਮੈਂ ਵਕਤ ਹੀ ਪਾਸ ਕਰਨਾ ਹੈ। ਕਰੋ ਕਿਰਪਾ, ਆਪ ਜੀ ਬਖਸ਼ੋ ਆਸੀਸ। ਪਿਆਰ ਅਦਬ ਦੇ ਨਾਲ ਕੋਈ ਵੀ ਰਸਨਾ ਸਤਿਗੁਰੂ ਦੇ ਇਸ ਬਖਸ਼ੇ ਨਾਮ ਤੋਂ ਵਿਰਵੀ ਵਾਂਝੀ ਨਾ ਰੱਖੇ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਇਸ ਸ਼ਲੋਕ ਦੇ ਸੰਬੰਧ ਦੇ ਵਿੱਚ ਸਾਡੇ ਕੁਝ ਇਤਿਹਾਸਿਕ ਕਾਵਿਕ ਗ੍ਰੰਥ ਦੱਸਦੇ ਨੇ, ਇਹ ਸ਼ਲੋਕ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਉਸ ਵਕਤ ਉਚਾਰਨ ਕੀਤਾ ਕਿ ਜਿਸ ਵਕਤ ਇੱਕ ਬ੍ਰਾਹਮਣ ਕਿਸੇ ਵੱਲੋਂ
ਦਾਨ ਕੀਤੀ ਹੋਈ ਗਾਂ ਨੂੰ, ਗਊ ਨੂੰ, ਕਿਉਂਕਿ ਇਹਦੇ ਅਰਥ ਸਮਝ ਪੈਣਗੇ। ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਈ। ਕਿਸੇ ਵੱਲੋਂ ਕੀਤੀ ਕੋਈ ਦਾਨ ਗਾਂ ਨੂੰ ਆਪਣੇ ਘਰ ਵਿੱਚ ਲਿਜਾ ਰਿਹਾ ਹੈ, ਤੇ ਉਸ ਵਕਤ ਮੁਗਲ ਹਕੂਮਤ ਵੱਲੋਂ ਜਾਂ ਇਸਲਾਮੀ ਹਕੂਮਤ ਵੱਲੋਂ ਬ੍ਰਾਹਮਣ ਉੱਪਰ ਵੀ ਘਾਟ ਦਰਿਆ ਪਾਰ ਕਰਨ ਦਾ ਟੈਕਸ ਲਾਇਆ ਜਾਂਦਾ ਸੀ, ਤੇ ਗਾਂ ਦੇ ਉੱਪਰ ਵੀ ਟੈਕਸ ਲਾਇਆ ਜਾਂਦਾ ਹੈ। ਇਹਨੂੰ ਥੋੜ੍ਹਾ ਜਿਹਾ ਭੂਮਿਕਾ ਮੈਂ ਅਰਜ਼ ਕਰਨੀ ਚਾਹੁੰਦਾ ਵੀ ਆਪਾਂ ਗੱਲ ਕੀ ਕਰਨੀ ਚਾਹੁੰਦੇ। ਉਹ ਬ੍ਰਾਹਮਣ ਗਊ ਨੂੰ ਦਰਿਆ ਤੋਂ ਪਾਰ ਕਰਨਾ ਚਾਹੁੰਦਾ ਹੈ, ਤੇ ਉਸ ਦਰਿਆ ਦੇ ਕਿਨਾਰੇ ਜਿਹੜਾ ਟੈਕਸ ਲੈਣ ਵਾਲਾ ਹੈ, ਮਸੂਲ ਲੈਣ ਵਾਲਾ ਹੈ, ਉਹ ਹੈ ਖੱਤਰੀ। ਉਹਨੇ ਆਪਣੀ ਗੱਲ ਵਿੱਚ ਧਾਗਾ ਪਾਇਆ ਹੈ। ਤੇ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਪਲੀਜ਼ ਇੱਕ ਗੱਲ ਚੇਤੇ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਵੈਸ਼ ਵਿੱਚ ਹਜ਼ੂਰ ਨੇ ਕੋਈ ਵੀ ਸ਼ਬਦ ਉਚਾਰਨ ਨਹੀਂ ਕੀਤਾ। ਦਵੈਸ਼ ਦਾ ਅਰਥ ਹੁੰਦਾ ਹੈ ਕਿ ਕਿਸੇ ਬੰਦੇ ਦੇ ਅੰਦਰ ਨੂੰ ਸੱਟ ਲਾਉਣ ਲਈ, ਕਿਸੇ ਨੂੰ ਨੀਵਾਂ ਦਿਖਾਉਣ ਦੇ ਲਈ। ਸਤਿਗੁਰੂ ਸੱਚ ਇਹ ਵੇ ਕਿ ਉਹ ਸਭ ਦਾ ਹੀ ਭਲਾ ਮਨਾਉਂਦੇ ਨੇ, ਤੇ ਜਿੱਥੇ ਕੋਈ ਔਗਣ, ਜਿੱਥੇ ਕੋਈ ਬੁਰਾਈ ਨਜ਼ਰ ਆਉਂਦੀ ਏ, ਉਹ ਭਾਵੇਂ ਬ੍ਰਾਹਮਣ ਹੋਵੇ, ਉਹ ਭਾਵੇਂ ਖੱਤਰੀ ਹੋਵੇ, ਉਹ ਭਾਵੇਂ ਛੂਤ ਤੇ ਵੈਸ਼ ਹੋਵੇ। ਸੱਚ ਇਹ ਵੇ ਕਿ ਭਾਵੇਂ ਉਹ ਮੁਸਲਮਾਨ ਹੋਵੇ, ਕਾਜ਼ੀ ਹੋਵੇ, ਮੁੱਲਾ ਹੋਵੇ, ਜੋਗੀ ਹੋਵੇ, ਸੰਨਿਆਸੀ ਹੋਵੇ, ਕਿਸੇ ਵੀ ਫਿਰਕੇ ਨਾਲ ਸੰਬੰਧਿਤ ਹੋਵੇ, ਜਿੱਥੇ ਹਜ਼ੂਰ ਨੂੰ ਔਗਣ ਨਜ਼ਰ ਆਏ, ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਸੱਚ ਇਹ ਵੇ ਕਿ ਉਸ ਸੱਚ ਦੀ ਆਵਾਜ਼ ਨੂੰ ਬੁਲੰਦ ਕਰਕੇ ਉਹਨਾਂ ਔਗਣਾਂ ਤੋਂ ਬਚਣ ਵਾਸਤੇ ਪ੍ਰੇਰਨਾ ਦਿੱਤੀ। ਮਤਾਂ ਕੋਈ ਸੋਚੇ ਸ਼ਾਇਦ ਇਹ ਹਿੰਦੂਆਂ ਨੂੰ ਟਾਰਗੇਟ ਬਣਾ ਕੇ ਸ਼ਬਦ ਕਿਹਾ ਗਿਆ। ਅੱਗੇ ਤੁਸੀਂ ਦੇਖੋਗੇ ਇਹਦਾ ਇਸ ਸ਼ਬਦ ਵਿੱਚ ਬੜੀ ਗਹਿਰਾਈ ਹੈ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕੋਈ ਪਰਥਾਏ ਵੀ ਹੈ, ਉਹ ਪਰਥਾਏ ਸ਼ਬਦ ਵੀ ਸਾਡੀ ਅਗਵਾਈ ਕਰਦਾ ਹੈ। ਦਾਸ ਨੇ ਤਾਂ ਜਦੋਂ ਇਹ ਪਿਛਲੇ ਸ਼ਲੋਕ ਆਏ ਸਨ 15ਵੀਂ ਪੌੜੀ ਨਾਲ ਕਿ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ ਖਈ ਤਾਂ ਪਾਂਡੇ ਕਤ। ਉੱਥੇ ਅਰਜ਼ ਕੀਤੀ ਸੀ ਕਿ ਕੱਲਾ ਜੰਝੂ ਵਾਸਤੇ ਨਹੀਂ, ਜੇਕਰ ਇਨਸਾਨ ਧਰਮ ਦੇ ਚਿੰਨ੍ਹ ਧਾਰਨ ਕਰੀ ਬੈਠਾ ਪਰ ਉਹਨਾਂ ਚਿੰਨ੍ਹਾਂ ਦੇ ਥੱਲੇ ਉਹਦਾ ਜੀਵਨ ਨਹੀਂ, ਪਿਆਰਿਓ ਚੇਤੇ ਰੱਖਿਓ ਉਹ ਬਾਹਰ ਮੁਖੀ ਧਰਮ ਦਾ ਚਿੰਨ੍ਹ ਗੁਰੂ ਦਰ ਤੇ ਕੋਈ ਵੀ ਪ੍ਰਵਾਨ ਨਹੀਂ। ਇਸੇ ਕਰਕੇ ਸਤਿਗੁਰੂ ਨੇ ਕਿਹਾ ਮੇਰਾ ਉਪਦੇਸ਼ ਕੇਵਲ ਕਿਸੇ ਫਿਰਕੇ ਨੂੰ ਥੱਲੇ ਲਾਉਣ ਲਈ ਨਹੀਂ। ਮਹਾਰਾਜ ਜੀ ਦੇ ਤਾਂ ਅੰਮ੍ਰਿਤ ਬੋਲ ਨੇ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਹ ਸਭ ਲਈ ਸਰਬ ਸਾਂਝਾ ਉਪਦੇਸ਼ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਕਿ ਦਵੈਸ਼ ਨੂੰ ਖਤਮ ਕਰਕੇ ਏਕ ਪਿਤਾ ਏਕਸ ਕੇ ਖੰਬਾਰਿਕ ਤੂੰ ਮੇਰਾ ਗੁਰ ਖਾਈ। ਜਾਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ, ਪਰਥਾਏ ਸਾਖੀ ਮਹਾਂਪੁਰਖ ਬੋਲਦੇ। ਜਦੋਂ ਵੀ ਗੁਰਮੁਖ ਪਿਆਰੇ ਬੰਦਗੀ ਕਰਨ ਵਾਲਾ ਸਤਿਗੁਰੂ ਸਾਹਿਬਾਨ ਆਪਣੀ ਮੁਬਾਰਕ ਰਸਨਾ ਤੋਂ ਕੋਈ ਅੰਮ੍ਰਿਤ ਬੋਲ ਉਚਾਰਨ ਕਰਦੇ ਨੇ, ਯਾਦ ਰੱਖੋ ਉਹ ਇੱਕ ਫਿਰਕੇ ਵਾਸਤੇ ਨਹੀਂ। ਮੈਂ ਪਿਛਲੇ ਦਿਨੀ ਵੀ ਅਰਜ਼ ਕਰਕੇ ਆਇਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਦੀ ਬਾਣੀ ਨੂੰ ਧਰਤੀ ਦੇ ਇੱਕ ਖਿੱਤੇ ਨਾਲ ਮਤ ਬੰਨ੍ਹ ਕੇ ਰੱਖੋ। ਪਲੀਜ਼ ਮੇਰੀ ਬੇਨਤੀ ਹੈ, ਅਸੀਂ ਕਹੀਏ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੇਵਲ ਪੰਜਾਬ ਵਾਸਤੇ ਵੇ। ਸੱਚ ਐਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖਾਂ ਵਾਸਤੇ ਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੱਲੀ ਇਸ ਪਲੈਨਟ ਵਾਸਤੇ ਹੈ। ਯਾਦ ਰੱਖੋ ਗੁਰੂ ਗ੍ਰੰਥ ਸਾਹਿਬ ਤਾਂ ਉਹਨਾਂ ਧਰਤੀਆਂ ਦਾ ਵੀ ਜ਼ਿਕਰ ਕਰਦਾ ਹੈ ਜਿਨ੍ਹਾਂ ਧਰਤੀਆਂ ਤੱਕ ਅਜ ਬੰਦੇ ਦੀ ਪਹੁੰਚ ਵੀ ਨਹੀਂ ਬਣ ਸਕੀ। ਜਦੋਂ ਆਪ ਜੀ ਜਪਜੀ ਸਾਹਿਬ ਦਾ ਗਿਆਨ ਖੰਡ ਪੜ੍ਹਦੇ, ਮੈਂ ਥੋੜੀ ਜੀ ਭੂਮਿਕਾ ਤਾਂ ਵਿੱਚੋਂ ਨਿਕਲ ਕੇ ਅਰਜ਼ ਕਰ ਲੱਗਾ, ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ ਕਿ ਮਤਾ ਕੋਈ ਸਮਝੇ ਕਿ ਕਿਸੇ ਦੇ ਧਰਮ ਚਿੰਨ੍ਹ ਨੂੰ, ਕਿਸੇ ਦੀ ਧਰਮ ਦੀ ਆਸਥਾ ਨੂੰ ਜਾਂ ਕਿਸੇ ਦੇ ਧਰਮ ਦੇ ਅਕੀਦੇ ਨੂੰ ਚੋਟ ਮਾਰ ਲੱਗੇ ਆ। ਪਿਆਰਿਓ ਬੁਰਾਈ ਬੁਰਾਈ ਹੀ ਹੈ, ਉਹ ਭਾਵੇਂ ਮੁਸਲਮਾਨ ਵਿੱਚ ਹੋਵੇ, ਭਾਵੇਂ ਸਿੱਖ ਵਿੱਚ ਹੋਵੇ, ਭਾਵੇਂ ਹਿੰਦੂ ਵਿੱਚ ਹੋਵੇ, ਭਾਵੇਂ ਜੋਗੀ ਵਿੱਚ ਹੋਵੇ। ਇੱਕ ਡਾਕਟਰ ਜਦੋਂ ਹਸਪੀਟਲ 'ਚ ਤੁਸੀਂ ਜਾਂਦੇ ਹੋ, ਚੇਤੇ ਰੱਖਿਓ ਸਾਡੇ ਜ਼ਬਾਨ ਦੇ ਬੋਲ ਵੱਖ ਹੋ ਸਕਦੇ ਨੇ। ਕੋਈ ਫਾਰਸੀ ਬੋਲੇ, ਕੋਈ ਅਰਬੀ ਬੋਲੇ, ਕੋਈ ਹਿੰਦੀ ਬੋਲੇ, ਕੋਈ ਸੰਸਕ੍ਰਿਤ ਬੋਲੇ, ਪਰ ਜਦੋਂ ਬਿਮਾਰੀ ਲੱਗਦੀ ਏ, ਭਾਵੇਂ ਮੈਂ ਉਦਾਹਰਨ ਸਾਦੀ ਜਿਹੀ ਲਈਏ, ਪਰ ਬਿਮਾਰੀ ਨਹੀਂ ਪੁੱਛਦੀ ਮੁਸਲਮਾਨ ਕੌਣ, ਹਿੰਦੂ ਕੌਣ। ਤੁਸੀਂ ਹਸਪੀਟਲ 'ਚ ਦੇਖੋਗੇ ਇੱਕੋ ਵਾਰਡ ਵਿੱਚ ਪਤਾ ਨਹੀਂ ਕਿੰਨੇ ਧਰਮਾਂ ਦੇ ਲੋਕ ਇੱਕੋ ਬਿਮਾਰੀ ਨਾਲ ਪੀੜਤ ਪਏ ਹੁੰਦੇ ਨੇ।
ਇੱਕ ਦੂਜੇ ਨੂੰ ਖੂਨ ਵੀ ਇੱਕ ਦੂਜੇ ਦਾ ਚੜ ਰਿਹਾ ਹੁੰਦਾ, ਪਰ ਕਦੀ ਕਿਸੇ ਖੂਨ ਦੀ ਬੋਤਲ ਉੱਤੇ ਨਹੀਂ ਕਿ ਇਹ ਖੂਨ ਕੇਵਲ ਮੁਸਲਮਾਨ ਦਾ, ਇਹ ਮੋਮਨ ਨਹੀਂ ਹੋਈ ਚੜ ਸਕਦਾ। ਇਹ ਖੂਨ ਕੇਵਲ ਸਿੱਖ ਵਿੱਚੋਂ ਨਿਕਲਿਆ, ਇਹ ਸਿੱਖ ਵਾਸਤੇ ਹੈ। ਮੈਂ ਸਿਰਫ ਇੱਕ ਬੇਨਤੀ ਕਰਾਂਗਾ ਕਿ ਜਦੋਂ ਸਤਿਗੁਰੂ ਸਾਹਿਬਾਨ ਕਿਸੇ ਵੀ ਫਿਰਕੇ ਨੂੰ ਮੁਖਾਤਬ ਕਰਕੇ ਬਚਨ ਕਹਿੰਦੇ ਨੇ, ਉਹਦਾ ਮਤਲਬ ਹੈ ਉਹ ਸਮੁੱਚੀ ਮਾਨਵਤਾ ਨੂੰ ਕਿਹਾ ਜਾ ਰਿਹਾ ਹੈ ਕਿ ਇਹਦੇ ਅਰਥ ਭਾਵਾਂ ਨੂੰ ਲੋਕੋ ਸਮਝੋ। ਜਿਵੇਂ ਮੈਂ ਸ਼ਬਦ ਵਰਤਿਆ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਖਾਨੇ, ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇੱਕ ਧਰਤੀ ਦੇ ਖਿੱਤੇ ਤੱਕ ਬੰਨਾਂਗੇ ਆਪਾਂ। ਦੇਖੋ, ਜੇ ਅਸੀਂ ਕਹੀਏ ਵੀ ਇਹ ਬਾਣੀ ਸਿਰਫ ਇਸ ਧਰਤੀ ਤੱਕ ਹੈ, ਨਹੀਂ, ਇਹਦਾ ਮਤਲਬ ਕਿ ਗੁਰੂ ਸ਼ਬਦ ਦਾ ਅੰਤ ਪਾ ਲਿਆ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧਰਤੀ ਦੀਆਂ ਹੱਦਾਂ ਨੂੰ ਤੋੜ ਕੇ, ਸਪੇਸ ਦੀਆਂ ਹੱਦਾਂ ਨੂੰ ਤੋੜ ਕੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੰਗ ਰੂਪ ਨਸਲ ਬੋਲੀ ਦੀ ਹਰ ਹੱਦ ਨੂੰ ਤੋੜ ਕੇ ਇਹ ਸਰਬਕਾਲੀ, ਸਰਬਦੇਸ਼ੀ ਤੇ ਸਰਬ ਵਿਆਪੀ ਹੈ। ਫਿਰ ਸ਼ਬਦ ਬੜੇ ਸੌਖੇ ਨੇ, ਇਹ ਸਰਬਕਾਲੀ ਹਰ ਥਾਂ ਤੇ ਬਾਣੀ ਟੁਕੇਗੀ, ਸਰਬਦੇਸ਼ੀ ਭਾਵੇਂ ਅੱਜ ਸਿੱਖ ਹਰ ਦੇਸ਼ ਵੀ ਜਾ ਬੈਠਾ ਹੈ, ਪਰ ਅੱਜ ਵੀ ਇੰਨੀ ਤਰੱਕੀ ਕਰਕੇ ਸਵੇਰੇ ਗੁਰਦੁਆਰੇ ਮੱਥਾ ਟੇਕਦਾ, ਉਸ ਦੇਸ਼ ਵਿੱਚ ਵੀ ਬਾਣੀ ਉਹਦੀ ਅਗਵਾਈ ਕਰ ਰਹੀ ਹੈ। ਸਰਬਕਾਲੀ ਹਰ ਵੇਲੇ, ਜਿਹੜਾ ਜਪਜੀ ਸਾਹਿਬ 1539 ਸ਼ੁਰੂ ਹੋਇਆ, ਚੇਤੇ ਰੱਖਿਓ ਉਹ ਜਪਜੀ ਸਾਹਿਬ ਅੱਜ ਵੀ ਉਸੇ ਤਰ੍ਹਾਂ ਸਾਰਥਕ ਹੈ। ਜਿਹੜਾ ਸੁਖਮਨੀ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੋਂ ਹਜ਼ੂਰ ਨੇ ਉਚਾਰਨ ਕੀਤਾ, ਸਦੀਆਂ ਬੀਤ ਚੁੱਕੀਆਂ ਨੇ, ਇਹ ਨਹੀਂ ਕਹਾਂਗੇ ਤਾਂ ਉਸ ਵੇਲੇ ਦੀ ਗੱਲ। ਯਾਦ ਰੱਖੋ ਕਿ ਸਦੀਆਂ ਬੀਤਣ ਤੋਂ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਉਸੇ ਤਰ੍ਹਾਂ ਸੱਚ ਹੈ ਜਿਵੇਂ ਅੱਜ ਤੋਂ 500 ਸਾਲ ਪਹਿਲਾਂ ਸੱਚ ਸੀ, ਕਿਉਂਕਿ ਸਰਬਕਾਲੀ ਹੈ, ਸਰਬਦੇਸ਼ੀ ਹੈ, ਸਰਬ ਵਿਆਪੀ ਮੈਂ ਸ਼ਬਦ ਵਰਤਿਆ ਹੈ। ਜਦੋਂ ਆਪ ਜਪਜੀ ਸਾਹਿਬ ਪੜ੍ਹਦੇ ਹੋ, ਮੈਂ ਸਿਰਫ ਇੱਕੋ ਬੇਨਤੀ ਕਰਾਂਗਾ, 5 ਖੰਡ ਨੇ। ਇਹ ਪਿਛਲੇ ਦਿਨੀ ਵੀ ਅਰਜ਼ ਕੀਤੀ ਕਿ ਇਸ ਧਰਤੀ ਦੇ ਉੱਪਰ ਜੇ ਕਹੀਏ ਵੀ ਬਾਣੀ ਸਿਰਫ ਇੱਥੋਂ ਤੱਕ ਸੀਮਤ ਹੈ, ਇਸ ਧਰਤੀ ਤੇ ਕਿਸੇ ਹਿੰਦੂ ਵੀਰ ਨੂੰ ਪੁੱਛੋ ਵੀ ਕ੍ਰਿਸ਼ਨ ਕਿੰਨੇ ਨੇ, ਉਹ ਕਹੇਗਾ ਸਿਰਫ ਇੱਕੋ। ਬ੍ਰਹਮਾ ਜੀ ਕਿਤਨੇ, ਕਹੇਗਾ ਇੱਕੋ। ਸ਼ਿਵ ਜੀ ਕਿੰਨੇ ਨੇ, ਬੋਲੇਗਾ ਇੱਕੋ। ਜੇ ਪੁੱਛੀਏ ਵੀ ਸਮੁੰਦਰ ਕਿੰਨੇ, 7 ਸਮੁੰਦਰ ਕਹਿੰਦੇ ਆ, ਪਰ ਸਮੁੰਦਰ ਹੈ ਤਾਂ ਇੱਕ ਹੀ ਨਾ। ਜੇ ਮਾਊਂਟ ਐਵਰੈਸਟ ਦੀ ਗੱਲ ਕਰਾਂਗੇ, ਇੱਕੋ ਹੈ। ਅਸੀਂ ਕਹਾਂਗੇ ਇੱਕੋ ਧਰਤੀ, ਇੱਕੋ ਸਮੁੰਦਰ, ਇੱਕੋ ਸਪੇਸ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਭਲਿਆ, ਤੇਰੀ ਸੁਰਤ ਇਸ ਧਰਤੀ ਤੱਕ ਸੀਮਤ ਹੈ, ਤੇਰੇ ਲਈ ਕ੍ਰਿਸ਼ਨ ਬ੍ਰਹਮਾ ਮਹੇਸ਼ ਸਿਰਫ ਏਕੇ ਧਰੂ, ਏਕੇ ਪ੍ਰਹਿਲਾਦ ਏਕੇ। ਪਰ ਕਹਿੰਦੇ ਨੇ ਸੁਰਤ ਦੀ ਉਡਾਰੀ ਮਾਰ ਕੇ ਦੇਖ, ਪਰਮਾਤਮਾ ਦੀ ਰਚਨਾ ਵਿੱਚ ਪਤਾ ਨਹੀਂ ਕਿੰਨੇ ਕੁ ਕ੍ਰਿਸ਼ਨ ਬ੍ਰਹਮਾ ਤੇ ਮਹੇਸ਼ ਪੈਦਾ ਉਹਨੇ ਕੀਤੇ ਹੋਏ। ਫਿਰ ਦੇਖੋ ਤੁਸੀਂ, ਉਹ ਸਾਰੇ ਅਸੀਂ ਬਾਣੀ ਦਾ ਪੌੜੀ ਪੜ੍ਹਨੇ, ਉਸ ਪੌੜੀ ਨੂੰ ਸੀਮਾ 'ਚ ਨਹੀਂ ਬੰਨਿਆ ਜਾ ਸਕਦਾ। ਇਹੀ ਕਾਰਨ ਸਾਡੀ ਸੁਰਤ ਬੌਡੀ ਤੱਕ ਸੀਮਤ ਹੈ। ਜਦੋਂ ਸ਼ਬਦ ਨਾਲ ਸੁਰਤ ਜੁੜੇਗੀ, ਸੱਚ ਇਹ ਕਿ ਸਾਡੀ ਸੁਰਤ ਸਾਨੂੰ ਇਸ ਆ ਖਲਜਗਨ ਤੋਂ ਜਿਹੜਾ ਦੁਨੀਆ 'ਚ ਪਿਆ ਹੈ, ਇਹਦੇ ਤੋਂ ਇੰਨਾ ਕੁ ਉੱਚਾ ਚੁੱਕ ਜਾਏਗੀ। ਤਾਂ ਹੀ ਮਹਾਰਾਜ ਜੀ ਨੇ ਕਮਲ ਦੇ ਫੁੱਲ ਦੀ ਉਦਾਹਰਨ ਦਿੱਤੀ, ਕਿਉਂਕਿ ਕਮਲ ਦਾ ਫੁੱਲ ਰਹਿੰਦਾ ਪਾਣੀ ਵਿੱਚ ਹੈ, ਤੇ ਮਿੱਤਰਤਾ ਚੇਤੇ ਰੱਖਿਓ ਉਹਦੀ ਸੂਰਜ ਦੇ ਨਾਲ ਬਣੀ ਹੋਈ। ਸੂਰਜ ਦੀਆਂ ਕਿਰਨਾਂ ਨਿਕਲਦੀਆਂ ਨੂੰ ਖਿੜਦਾ। ਮੈਂ ਬੇਨਤੀ ਕਰਾਂਗਾ, ਸਿੱਖ ਰਹਿੰਦਾ ਧਰਤੀ ਤੇ ਵੇ, ਜਦੋਂ ਸ਼ਬਦ ਦਾ ਅਭਿਆਸ ਕਰਦਾ, ਸੁਰਤ ਕਰਕੇ ਧਰਤੀ ਤੇ ਰਹਿਣ ਵਾਲਾ ਸੱਚਖੰਡ ਦਾ ਉਡਾਰੂ ਬਣ ਜਾਂਦਾ ਹੈ। ਮਹਾਰਾਜ ਜੀ ਨੇ ਗਿਆਨ ਖੰਡ ਵਾਲੀ ਜਿਹੜੀ ਪੌੜੀ ਹੈ, ਉਹਦੇ ਵਿੱਚ ਹਰ ਸੀਮਾ ਨੂੰ ਤੋੜ ਦਿੱਤਾ। ਉਹ ਅੰਮ੍ਰਿਤ ਬਚਨ ਨੇ। ਅਸੀਂ ਪੜ੍ਹਨੇ ਹਾਂ, ਧਰਮ ਖੰਡ ਕਾ ਏਕੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼। ਉੱਥੇ ਲਫ਼ਜ਼ ਕੀ ਹੈ? ਕੇਤੇ ਬਰਮੇ, ਇੱਕ ਨਹੀਂ, ਕੇਤੇ ਦਾ ਅਰਥ ਅਣਗਿਣਤ। ਹੁਣ ਅਣਗਿਣਤ ਨੂੰ ਇੱਕ ਧਰਤੀ 'ਚ ਕਿਵੇਂ ਆਪਾਂ ਬੰਨਾਂਗੇ? ਹਿੰਦੂ ਫਲਸਫੇ ਨੂੰ ਪੜ੍ਹੋ, ਅਗਲੇ ਨੂੰ ਪੁੱਛੋ ਬ੍ਰਹਮਾ, ਉਹ ਕਹੇਗਾ ਕੇਤੇ ਨਹੀਂ ਇੱਕ। ਮਹਾਰਾਜ ਕਹਿੰਦੇ ਕੇਤੇ ਬਰਮੇ ਘਾੜਤ ਘੜੀਆਂ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼। ਇਹ ਕੀ ਹੈ? ਇਹਦਾ ਮਤਲਬ ਅਣਗਿਣਤ। ਮੈਂ ਥੋੜ੍ਹਾ ਜਿਹਾ ਵਿੱਚੋਂ ਨਿਕਲਿਆ ਖਾਂ ਕਿ ਇਹਨਾਂ ਜਿਹੜੇ ਸ਼ਬਦ ਚੱਲਣੇ ਨੇ, ਮਨ 'ਚ ਇਹ ਨਾ ਵੇਖੋ ਰੇ ਭਾਈ ਸਾਹਿਬ ਨਿੰਦੇ ਕਰ ਲੱਗ ਪੈਣ ਜੇ ਸੱਦਿਆ ਤੇ। ਸੱਚਾਈ ਤਾਂ ਸੱਚਾਈ ਹੈ ਨਾ, ਕਿਉਂਕਿ ਉਹਨੂੰ ਸੁਣ ਲਈਏ। ਸਿਆਣਾ ਵੈਦ ਚੇਤੇ ਰੱਖੋ, ਜ਼ਖਮ ਨੂੰ ਸਾਫ਼ ਕਰੇਗਾ ਤੇ ਪੀੜਾ ਜ਼ਰੂਰ ਹੋਵੇਗੀ। ਜਿਹੜਾ ਕਈ ਜਨਮਾਂ ਦੇ ਅੰਦਰ ਪਲੀਤ ਬੰਦੇ ਦਾ ਹੋਇਆ ਪਿਆ,
उस बीमारी नूं कढ़ण वास्ते भी बंदे ने सुन लग्या पीड़ा जरूर महसूस हुंदी है। जे कमा लवांगे तो जिंदगी का पार उतारा। मैं बेनती की प्रथाए साखी महापुरख बोलते साझी सगल सहान है। गुरु ग्रंथ साहब ने सीमा नहीं मिथी। उन्हें क्या कोई गावे को सुने खरनामा चितलाए कहो कबीर संसा नहीं अंत परमगत पाए। महाराज कहीं कोई गाल है कोई सुन लै। हुण ये जिहड़ा श्लोक है मैं फिर उस भूमिका ते आउना पृष्ठभूमि ते आउना जां उहदी उथानका ते आउना कि एक ब्राह्मण दरिया तो अपनी गऊ नूं पार करना चाहता है। देखो इस साखी का जिक्र कुछ विद्वानों ने किया है तो टुकदा भी है। हुण उस दरिया के उपर जिहड़ा चुंगी टैक्स मसूल जां कर लैण वाला है वो खतरी है। उन्हें अपने गल विच धागा भी पाया जंजू भी पाया। ब्राह्मण जिन्हें गां नूं पार करना है ब्राह्मण नूं भी टैक्स लगना है दरिया पार करन दा ते गऊ नूं भी टैक्स लगना है। क्योंकि उस वक्त की हुकूमत ने जोर धक्का इन्ना किया गां ते भी टैक्स ते उस ब्राह्मण ते भी टैक्स। जदों वो गऊ नूं लैके आउंदा भी बेड़ी च बिठा के जां चाड़ के नूं पार करदिआं ते खतरी अगे रोक के कहंदा लिया पहला अपना ते गां दा टैक्स पार। ये देखो इत्ते शब्द वरत्या कर लावो करदार टैक्स। देखो 2 दिनां च आपां इहनूं बड़े खुले तरीके नाल विचारांगे महाराज की कहना चाहते हैं। उन्हें कहा भी ला टैक्स दे कर दे। हुण उस ब्राह्मण दे कोल पैसे नहीं उहदे कोल इन्नी दौलत नहीं। वो कहंदा मेरे कोल पैसे है नहीं। कुछ उथानका वालियां ने इस घटना नूं गुरु नानक साहब दे जीवन विच वही नदी आर पार कर लग्या सुल्तानपुर की घटना क्या। मुख की गल की सुल्तानपुर हुई होवे किते हुई होवे पर यह तो गल स्पष्ट है भी दरिया पार करन ते टैक्स लगता है। उन्हें कहा भी टैक्स दे। ब्राह्मण ने कहा मेरे कोल पैसे नहीं है। उन्हें कहा जे पैसे नहीं तो फिर ना तू पार जा सकना ते ना गऊ पार जा सकती है। वो ब्राह्मण तरले मारदा है कहंदा देख गऊ तेरे भी पूजन जोगे तू हिंदू है चेते रखियो उन्हां वास्ते मैं कह रहा इनू अपने नाल ना किते टुकान तुर पई क्योंकि शब्द नूं समझदे हर गल दी बरीकी च। उन्हें कहा तेरे मेरे लिए पूजन जोग है। उस खतरी ने कहा पूजन जोग तो है पर मैं नौकर हाँ मैं हुकूमत की मन्नी है मैं उन्हां तो तनख्वाह लैके रोटी खाना मैं तो टैक्स लाँगा। होया कि इस झगड़े के दरम्यान वो पैसे दे नहीं सकता वो कर मंग रहा है तो अचनचेत गां ने गोबर कर दिता गोया किया। उस खतरी दे रोटी पकाने का वेला हो गया। उन्हें उस गोबर नूं उस गोए नूं देखो ये गोबर लफज ना जिहड़ा रारे नूं सिहारी लगी गुरु ग्रंथ साहब च इक्को वारी आया। मैं यतन भी कर रहा कि जिहड़ी आसा की वार है इहदा उच्चारण जिन्नी को सोझी सानू दित्ती वो जरूर आपां तकरीबन आसा की वार दे कीर्तन विच मैनू खिमा करियो सैकड़े गलतियां आम तौर पर सबैकन ही असी गाउण वाले करी जाने ते एक एक गल एक औंकड़ किते अगे पिछे होगी अर्थां दा अनर्थ हो जाएगा। पिछले दिनी मैं अर्ज की सी लख सुरतीला ज्ञान ध्यान पढ़िए पाठ पुराण ते दूजा शब्द आउंदा है कि रन में छुट्टै प्राण। सिर्फ एको औंकड़ है जे पुराण की थां प्राण लिख दिता अर्थ बदल जाएंगे। इस तरह चेते रखो एक इत्थे शब्द गोबर आया है ये रारे नूं सिहारी लगी ये सिर्फ गुरु ग्रंथ साहिब च इक्को वार है दूजी थार तो नहीं आया। ये स्वरूप रारे नूं सिहारी वाला सिहारी मतलब हिंदी पढ़ने वाले छोटे ही की मात्रा कह लो पर मैं फिर भी अर्ज करांगा पंजाबी पढ़न तो बिना गुरु ग्रंथ साहिब नहीं जे पढ़िया जाना। अगे अज आवेगा कि मलेशा की बोली बोलने उन्हें कहा मेरे कोल पैसे नहीं गां ने इन्नी देर नूं गोबर कर दिता। उस खतरी ने गोबर नूं अपने हत्थां चुक लिया ते जाके चौंके दे उपर पोचा फेरिया। उन्हें कह दिता मेरा चौंका पवित्र हो गया। ते महाराज हस के कहंदे ने भलिया इन्नी गुलामी चों चला गया। चेते रखियो दोनों दे दोनों श्लोक मेरे गुरु नानक साहब दे क्रांतिकारी बोल ने कि गुलाम होए बंदे तेरा धर्म गुलाम तेरे चिन्ह गुलाम जिदे ते तू आस्था रखना ओ गुलाम तू बाहरों वेद पढ़ अंदर वेद पढ़ना है बाहरों तू कुरान दियां ऐतां पढ़ना पे घर अपने तू कुछ कर रहे हैं बाहर कुछ कर रहे हैं।
महाराज जी ने सच एवे सलोक विच अंदर ते बाहर दी गुलामी कट्टण दा उपदेश दिता, नाल दस्या कि सच धर्म की है। महाराज कहते हैं देख गां ते टैक्स लाने, ब्राह्मण ते टैक्स ला रहे हैं, पर गां दा जिहड़ा गोबर है ਇਹਦੇ ਨਾਲ तू चौंका साफ करन तुरिया है, चेते रख ये पखंड छड्ड दे, ये परपंच त्याग दे, तू मत्थे ते तिलक भी लाया, ये खत्तरी नूं कह रहे हैं, तू धागा भी पाया है, हथ तेरे विच जप माली भी है, माला भी है, माला तेरे हथ विच, तिलक तेरे मत्थे ते, लक दुआले तेरे धोती ते मंत्र भी तू पढ़ी जा रहे हैं, गऊ दा गोबर भी तू चुक के लै गए हैं। पर महाराज कहते हैं ये काहदे लई पखंड, नाम जपेगा ते पार होवेगा, केवल गां दे गोबर नाल चौंके सुच्चे करके किसी दा पार उतारा नहीं होना। आओ थोड़ी जी बेनती सुनो, मैं जिहड़ी अर्ज कर लगा, गुरु ग्रंथ साहिब दा जदों तुसीं पाठ करदे हो, हजूर सच्चे पातशाह जी ने एक किरपा की। अज मैं इस संदर्भ विच, इस परपेख विच कि गुरु ग्रंथ साहिब दी बाणी सच एवे गुलामी दी जंजीर तोड़ दी है। वो मानसिक गुलामी होवे, वो आत्मक गुलामी किसी नूं चंबड़ जाए, तो सच एवे भावें शरीर गुलामी होवे। पहली गल कि गुरु ग्रंथ साहिब दा शब्द एक परमात्मा तो बिना किसी नूं पातशाह नहीं मानता, एक रब तो बिना। हालांकि राजे महाराजे लोग झुकदे नूं ना के सिर मैं अज भूम के बनावांगा, अर्थ मैं 2 दिनां च जां 3 टाइम लग जान, आपां इहनूं सही तरीके नाल विचारांगे। गुरु ग्रंथ साहिब दी पहली गल कि वो किसी तरह की गुलामी नहीं कबूलते, तो सच एवे जेड़े शब्द लोग गुलामी नाल जोड़ के बादशाह लई वरतदे सन, मेरे सतगुरां ने एक किरपा की, वो सारे दे सारे शब्द जेड़े ने परमात्मा वास्ते जोड़ दिते। जिवें उदाहरण के तौर पर आप जी रोज़ पाठ कर देखो, रह रास विच भी ते जपजी साहिब विच भी एक शब्द वरत्या जाता है पातशाह। पातशाह शब्द पुरातन समय वरतदे सन बादशाह लई, जिन्हों शहनशाह कहते सन, ਉਹਦੇ ਲਈ शब्द वरतदे सन पातशाह। तो सतगुरु ने कृपा की, कहन लगे तू अंदरों इन्ना को गुलाम हो चुका है, जिन्होंने पातशाह पातशाह कह के पूज रहे हैं, ये पाप करने वाले गंद दे टोकरे ने। आ मैं तेनों दसा उस पातशाह नाल तेनों जोड़ देंगा जिदा चंदोवा, जिदा छतर ते जिदे हुक्म ने, जिदे सिक्के ने कदी खत्म नहीं होना। वो शब्द गुरुदेव ने पातशाह परमात्मा नहीं वरत्या। वो बचन असीं पढ़ने सो पातशाह शाह पात साहिब, ये मैं जपजी साहिब वाला लिया क्योंकि रह रास विच पत साहिब हुंदा। सो पातशाह शाह पात साहिब, जिहड़ा पातशाह दा पातशाह है, नानक रहन रजाई ਉਹਦੇ सामने चुक ਉਹਦੀ रजा च रहो। दूसरा जदों असीं गुरु ग्रंथ साहिब दा पाठ करने, महाराज जी ने शब्द वरत्या एक कि वड्डा तेरा दरबार, दरबार बंदे दा नहीं परमात्मा दा, वैगुरू दा, सतगुरु दा, कि वड्डा तेरा दरबार सच्चा तुद तख्त, सच्चा तख्त शब्द वरत्या, सिर शाह पातशाह। फिर बेनती है पातशाह दा पातशाह। इस इन्हां शलोकां तुसीं हैरान होवोगे कि एडे सच दी गल, ते उस वक्त कि जदों हुकूमत इन्ना कुछ जुल्म करे कि कोई बंदा आवाज़ कड्डे तो वह सिर कट के रखदा, उदों बाबा ही शब्द उच्चारण कर रहे हैं। थोड़ा जिहा मैं आरंभ च कि गुरु ग्रंथ साहिब ने सच एवे बंदे की गुलामी नूं बिल्कुल स्वीकार नहीं किया। वो भावें राजसी होवे, भावें अध्यात्मक गुलामी होवे, अध्यात्मक तौर पर भी बंदे गुलाम बनाए जाते हैं। हजूर सच्चे पातशाह महाराज वो बख्शिश करते हैं, कहते ने देखो वड्डा तेरा दरबार सच्चा तुद तख्त, सिर शाह पातशाह नेचल चौर छत। कहते ने मेरा तो पातशाह होवे जिदा चंदोवा कदी मैला नहीं होना, जिदे चंदोवे ने कदी खटना नहीं, जिस पातशाह के शब्द ने कदी खत्म नहीं होना। इस तरह बाणी च असीं एक होर बचन पढ़ने आ कि कोऊ हर समान नहीं राजा, परमात्मा के बराबर कोई भी राजा नहीं, कोई भी सम्राट नहीं, को हर समान नहीं राजा। ये भूपत सब दिवस चार के झूठे करत दिवाजा। महाराज जी ने शब्द वरत्या, ये राजे ये भूपत 4 दिनों की कूड़ी खेड़ लैके बैठे, ये भूपत सब दिवस चार के झूठे करत दिवाजा। इसे नूं सतगुरु ने बाणी च कहा
ਕਿ ਮੇਰਾ ਪਾਤਸ਼ਾਹ ਤਾਂ ਉਹ ਵੇ ਜਿਹਦੇ ਅਧੀਨ ਰਾਜੇ ਮਹਾਰਾਜੇ ਆਉਂਦੇ ਨੇ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ, ਜਾਂ ਕੈ ਵਸ ਖਾਨ ਸੁਲਤਾਨ। ਦੇਖੋ ਕਮਾਲ ਦੀ ਉਹ ਸ਼ਕਤੀ ਨੂੰ, ਪਰਮ ਸ਼ਕਤੀ ਨੂੰ, ਜਿਹਦੇ ਅਧੀਨ ਸੁਲਤਾਨ ਨੇ, ਖਾਨ ਨੇ। ਜਾਂ ਕੈ ਵਸ ਖਾਨ ਸੁਲਤਾਨ, ਜਾਂ ਕੈ ਵਸ ਹੈ ਸਗਲ ਜਹਾਨ, ਜਾਂ ਕਾ ਕੀਆ ਸਭ ਕਿਛ ਹੋਏ, ਤਿਸ ਤੇ ਉੱਪਰ ਨਾ ਹੀ ਕੋਈ। ਹਜ਼ੂਰ ਕਹਿੰਦੇ ਨੇ ਮੇਰਾ ਪਾਤਸ਼ਾਹ ਤਾਂ ਉਹ ਹੈ। ਕਮਾਲ ਦੀ ਗੱਲ, ਜਦੋਂ ਕਿਸੇ ਅੰਦਰ ਆਜ਼ਾਦੀ ਦੀ ਚਿਣਕ ਪੈਦਾ ਹੁੰਦੀ ਹੈ, ਯਾਦ ਰੱਖੋ ਆਜ਼ਾਦੀ ਤੇ ਅਣਖ ਸਹੂਲਤਾਂ ਦੀ ਮੁਤਾਜ ਨਹੀਂ ਹੁੰਦੀ। ਇਸ ਗੱਲ ਨੂੰ ਫਿਰ ਧਿਆਨ ਨਾਲ ਸੁਣਿਓ। ਆਜ਼ਾਦੀ ਤੇ ਅਣਖ ਸਹੂਲਤਾਂ ਦੀ ਤੇ ਤਾਕਤ ਦੀ ਬੰਦਿਆਂ ਦੀ ਮੁਤਾਜ ਨਹੀਂ ਹੁੰਦੀ। ਜਦੋਂ ਕਿਸੇ ਅੰਦਰ ਅਣਖ ਤੇ ਆਜ਼ਾਦੀ ਦੀ ਇੱਕ ਚਿਣਕ ਪੈਦਾ ਹੁੰਦੀ ਹੈ, ਉਹ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ ਵੀ ਸ਼ਹਿਨਸ਼ਾਹ ਦੇ ਨਾਲ ਟੱਕਰ ਲੈ ਜਾਂਦਾ ਹੈ। ਤੇ ਜਦੋਂ ਅੰਦਰ ਅਣਖ ਦੀ ਚਿੰਗਾਰੀ ਨਾ ਪੈਦਾ ਹੋਵੇ, ਉਦੋਂ ਮਹੱਲਾਂ ਵਿੱਚ ਰਹਿਣ ਵਾਲਾ ਬੰਦਾ ਵੀ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਰਹਿੰਦਾ। ਕਬੀਰ ਸਾਹਿਬ ਮੇਰੇ ਮਨ 'ਚ ਕਈ ਵਾਰੀ ਆਉਂਦਾ ਹੈ ਕਿ ਉਹਨਾਂ ਦੇ ਕੋਈ ਮਹੱਲ ਨੇ, ਉਹਨਾਂ ਦੀ ਕੋਈ ਫੌਜ ਹੈ, ਉਹਨਾਂ ਦੇ ਕੋਲ ਕੋਈ ਤਾਕਤ ਹੈ? ਨਹੀਂ, ਕੁਛ ਵੀ ਨਹੀਂ। ਦੁਨਿਆਵੀ ਤੌਰ 'ਤੇ ਤਾਂ ਦੇਖੋ ਸੱਚ ਇਵੇਂ ਕਿ ਇਹੋ ਜਿਹਾ ਮਹਾਂਪੁਰਖ ਜਿਹਦੇ ਘਰ ਦੇ ਵਿੱਚ ਰੋਟੀ ਵਾਸਤੇ ਵੀ ਅਰਦਾਸ ਕਰਦਾ, ਦਾਤਾ ਮੈਂ ਕਿਸੇ ਤੋਂ ਮੰਗਣਾ ਨਹੀਂ ਚਾਹੁੰਦਾ, ਕਿਸੇ ਦਾ ਹੱਕ ਨਹੀਂ ਖੋਣਾ ਚਾਹੁੰਦਾ, ਇੱਕ ਕਿਰਪਾ ਕਰ ਮੇਰੀ ਰੋਟੀ ਵਾਸਤੇ ਮੈਨੂੰ ਇੰਨੀਆਂ ਕੁ ਚੀਜ਼ਾਂ ਦੇ ਦੇ। ਇਹਦਾ ਮਤਲਬ ਘਰ ਰੋਟੀ ਨਹੀਂ ਇੰਨੀ ਚੱਲਦੀ। ਜਦੋਂ ਅਸੀਂ ਚਲੋ ਸਾਰੇ ਸ਼ਬਦ ਪੜ੍ਹਨੇ ਆ, ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੋ ਮੰਗੇ, ਦੋਇ ਸਿਰ ਮੰਗੂ ਚੂਨਾ, ਪਾਓ ਕੀ ਹੋ ਸੰਗ ਲੂਨਾ, ਅੱਧ ਸਿਰ ਮੰਗੂ ਦਾਲੇ, ਮੋਕੋ ਦੋਨੋਂ ਵਕਤ ਜਵਾਲੇ, ਖਾਟ ਮੰਗੂ ਚੌਪਾਈ, ਸਰਹਾਨਾ ਅਵਰ ਤਲਾਈ। ਚਲੋ ਇਹਦੇ ਅਰਥਾਂ ਦੀ ਲੋੜ ਨਹੀਂ, ਸਿਰਫ ਇੱਕੋ ਅਰਥ ਮੇਰਾ ਖਿਆਲ ਇੱਕ ਪਾਓ। ਪਾਓ ਦਾ ਅਰਥ ਪਾਈਆ, ਕਿਲੋ 250 ਗ੍ਰਾਮ। ਪਾਓ ਦਾ ਅਰਥ ਪਾਣਾ ਨਹੀਂ, ਇੱਥੇ ਪਾਓ ਦਾ ਅਰਥ 250 ਗ੍ਰਾਮ ਘਿਓ ਨਾਲ ਸਰ ਜੂਗਾ ਕਹਿੰਦੇ ਆ। ਸਰਹਾਨਾ ਅਵਰ ਤਲਾਈ, ਉੱਪਰ ਕੋ ਮੰਗੂ ਖੀਂਦਾ, ਖੇਸ ਕੱਪੜਾ, ਇਸ ਕਰਕੇ ਤੇਰੀ ਭਗਤ ਕਰੇ ਜਨ ਥੀਂਦਾ। ਸੰਸਾਰੀ ਸੌਰ ਤੇ ਕੁਝ ਵੀ ਨਹੀਂ ਉਹਨਾਂ ਕੋਲ। ਇੱਥੋਂ ਤੱਕ ਕਿ ਉਹਨਾਂ ਨੂੰ ਜੰਜ਼ੀਰਾਂ ਵਿੱਚ ਬੰਨ੍ਹ ਲੈਂਦੇ ਨੇ। ਤੇ ਉਹ ਮਹਾਂਪੁਰਖ ਇੱਕੋ ਗੱਲ ਕਹਿੰਦਾ, ਪਰਮਾਤਮਾ ਇਹ ਤਾਕਤਵਰਾਂ ਨੇ, ਜ਼ੋਰਾਂਵਰਾਂ ਨੇ ਮੈਨੂੰ ਬੰਨ੍ਹ ਲਿਆ। ਸੱਚ ਇਹ ਕਬੀਰ ਦਾ, ਤੇਰੇ ਤੋਂ ਬਿਨਾਂ ਸੰਸਾਰ ਤੇ ਹੈ ਹੀ ਕੋਈ ਨਹੀਂ। ਮੇਰੇ ਪਿੱਛੇ ਕਿੰਨੇ ਆਉਣਾ? ਮੈਂ ਜਿਹੜੀ ਬੇਨਤੀ ਕਰ ਲਗਾ ਥੋੜੀ ਜੀ ਭੂਮਿਕਾ, ਕਿਉਂਕਿ ਅੱਗੋਂ ਜਦੋਂ ਸ਼ਲੋਕ ਚੱਲਣਗੇ ਇਹ ਜ਼ੇਨ ਵਿੱਚ ਰਹੇ ਕਿ ਇਹ ਸ਼ਲੋਕ ਕਿੱਡੇ ਕ੍ਰਾਂਤੀਕਾਰੀ ਨੇ। ਉਹਨੇ ਕਿਹਾ ਮੇਰੇ ਪਿੱਛੇ ਤਾਂ ਕੋਈ ਹੈ ਹੀ ਨਹੀਂ, ਕਿੰਨੇ ਆਉਣਾ? ਤੇ ਉਹ ਸ਼ਬਦ ਅਸੀਂ ਪੜ੍ਹਨੇ ਆ, ਆਏ ਮੇਰੇ ਠਾਕੁਰ ਤੁਮਰਾ ਜ਼ੋਰ। ਇਹ ਦੂਜਾ ਸ਼ਬਦ ਹਾਥੀ ਵਾਲਾ, ਆਏ ਮੇਰੇ ਠਾਕੁਰ ਤੁਮਰਾ ਜ਼ੋਰ, ਕਾਜੀ ਬਕਬੋ ਹਸਤੀ ਤੋਰ। ਕਹਿੰਦੇ ਨੇ ਕਾਜੀ ਬੋਲ ਰਿਹਾ ਹੈ। ਜਾਂ ਅਸੀਂ ਸ਼ਬਦ ਪੜ੍ਹਨੇ ਆ ਕਿ ਕਹਿ ਕਬੀਰ ਖਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ। ਮੈਂ ਇੱਕ ਬੇਨਤੀ ਫਿਰ ਕਰਾਂਗਾ ਕਿ ਜਦੋਂ ਕਿਸੇ ਦੇ ਅੰਦਰ ਰੂਹਾਨੀਅਤ ਦੀ ਚਿੰਗਾਰੀ ਬਲਦੀ ਹੈ, ਕਿਸੇ ਦੇ ਅੰਦਰ ਪਰਮਾਤਮਾ ਦੇ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ, ਉਹ ਮੁਤਾਜ ਨਹੀਂ ਹੁੰਦਾ ਮਹੱਲਾਂ ਦਾ, ਉਹ ਮੁਤਾਜ ਨਹੀਂ ਹੁੰਦਾ ਚਾਰ ਬੰਦਿਆਂ ਦੇ ਇਕੱਠ ਦਾ, ਉਹ ਮੁਤਾਜ ਨਹੀਂ ਹੁੰਦਾ ਜ਼ਿੰਦਾਬਾਦ ਕਰਨ ਵਾਲਿਆਂ ਦਾ, ਕਿਉਂਕਿ ਉਹ ਵੋਟ ਸਿਸਟਮ ਵਿੱਚ ਉਹਨੂੰ ਭਰੋਸਾ ਹੀ ਨਹੀਂ। ਯਾਦ ਰੱਖਿਓ, ਜਿਹੜਾ ਰੱਬ ਤੇ ਭਰੋਸਾ ਰੱਖ ਕੇ ਜਿੰਦਾ ਹੈ, ਕਈ ਵਾਰੀ ਬਹੁ ਗਿਣਤੀ ਉਹਦੇ ਵਿਰੋਧ ਵਿੱਚ ਭੁਗਤ ਜਾਂਦੀ ਹੈ ਤੇ ਬੰਦਗੀ ਕਰਨ ਵਾਲਾ ਕੇਵਲ ਇਕੱਲਾ ਹੀ ਰਹਿ ਜਾਂਦਾ। ਮੈਂ ਬੇਨਤੀ ਕਰਾਂਗਾ ਕਿ ਉਸ ਮਹਾਂਪੁਰਖ ਦੇ ਜੀਵਨ ਜਦੋਂ ਮੈਂ ਪੜ੍ਹਨਾ, ਬਨਾਰਸ ਦੀ ਧਰਤੀ ਤੇ ਰਹੇ, ਹਰ ਤਰ੍ਹਾਂ ਨਾਲ ਟੱਕਰ ਲਈ ਉਹਨਾਂ ਨੇ। ਪਰ ਇੱਥੇ ਇੱਕ ਅਰਜ਼ ਹੈ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਸਾਹਮਣੇ ਅਸੀਂ ਦੋ ਗੱਲਾਂ ਰੱਖਣੇ ਆ, ਇੱਕ ਪਾਸੇ ਚੱਕਰਵਰਤੀ ਸਮਰਾਟ ਦੀ ਪਟਰਾਣੀ ਹੈ, ਦੂਜੇ ਪਾਸੇ ਇੱਕ ਸਤ ਸੰਗਤ ਵਿੱਚ ਪਾਣੀ ਢੋਣ ਵਾਲੀ ਉਹ ਔਰਤ ਜਿਹਦੇ ਘਰ ਦੇ ਅੰਦਰ ਕੋਈ ਸਾਜੋ ਸਮਾਨ ਵੀ ਨਹੀਂ, ਕੋਈ ਸਾਧਨ ਵੀ ਨਹੀਂ। ਬੇਨਤੀ ਸੁਣਿਓ, ਤੁਸੀਂ ਦੋਨਾਂ ਵਿੱਚੋਂ ਕਿਸ ਨੂੰ ਤਰਜੀਹ ਦਿਓਗੇ? ਕਿ ਇੱਕ ਚੱਕਰਵਰਤੀ ਸਮਰਾਟ ਦੀ ਔਰਤ, ਕਿ ਇੱਕ ਪਰਮਾਤਮਾ ਦੀ ਭਗਤੀ ਕਰਨ ਵਾਲੇ, ਬੰਦਗੀ ਕਰਨ ਵਾਲੇ, ਉਹਨਾਂ ਦੇ ਦਰ ਤੇ ਪਾਣੀ ਢੋਣ ਵਾਲੀ ਔਰਤ? ਉਹਨਾਂ ਕਿਹਾ ਜੇ ਮੈਨੂੰ ਪੁੱਛ ਕੇ ਦੇਖੋ ਕਿ ਛਤਰਪਤੀ ਰਾਜੇ ਸਮਰਾਟ ਦੀ ਔਰਤ ਨਾਲੋਂ ਉਸ ਔਰਤ ਦੇ ਚਰਨਾਂ 'ਚ ਮੈਂ ਝੁਕ ਕੇ ਸਜਦਾ ਕਰਾਂਗਾ ਜਿਹੜੀ ਸਾਦੇ ਕੱਪੜਿਆਂ 'ਚ ਰਹਿ ਕੇ ਰੱਬ ਦੇ ਦਰ ਤੇ ਬੈਠੇ ਬੰਦਗੀ ਕਰਨ ਵਾਲਿਆਂ ਦੀ ਸੇਵਾ ਕਰਦੀ।
ਆ 2 ਸ਼ਲੋਕ ਕਿਤੇ ਪੜ੍ਹੀਏ। ਅਸੀਂ ਪੜ੍ਹਦੇ ਹਾਂ, ਕਬੀਰ ਖੈ ਗਏ ਬਾਹਨ ਸਗਨ ਕੰਨ। ਹੈ ਗਏ 2 ਸ਼ਬਦ ਜੀ, ਹਾਥੀ ਤੇ ਘੋੜੇ। ਕਬੀਰ ਖੈ ਗਏ ਬਾਹਨ ਸਗਨ ਕੰਨ, ਜਿਹਦੇ ਘਰ ਵਿੱਚ ਹਾਥੀ ਘੋੜੇ ਹੋਣ। ਛਤਰਪਤੀ ਕੀ ਨਾਤ, ਉਹ ਛਤਰਪਤੀ ਸਮਰਾਟ ਦੀ ਔਰਤ ਹੋਵੇ। ਕਬੀਰ ਖੈ ਗਏ ਬਾਹਨ ਸਗਨ ਕੰਨ, ਛਤਰਪਤੀ ਕੀ ਨਾਰ। ਤਾਸ ਪਟੰਤਰ ਨਾ ਪੁਜੈ ਖਰ ਜਨ ਕੀ ਪਨਹਾਰ। ਤਾਸ ਪਟੰਤਰ ਨਾ ਪੁਜੈ ਖਰ ਜਨ ਕੀ ਪਨਹਾਰ। ਹਰ ਜਨ ਦਾ ਅਰਥ ਪਰਮਾਤਮਾ ਦੇ ਸਿਮਰਨ ਕਰਨ ਵਾਲੀਆਂ ਪਵਿੱਤਰ ਰੂਹਾਂ। ਦੇਖੋ, ਬੰਦਗੀ ਕਰਨ ਵਾਲੇ ਮਹਾਂਪੁਰਖ, ਬੰਦਗੀ ਕਰਨ ਵਾਲੀਆਂ ਪਵਿੱਤਰ ਆਤਮਾਵਾਂ। ਨਾ ਜਿਹੜਾ ਸ਼ਬਦੀ ਮਰ ਜਾਓ ਹਰ ਜਨ ਨਾ ਕਹੋ, ਕੁਝ ਹੋਰ ਕਹਿ ਦਿਓ। ਮੈਂ ਕਹਿੰਦਾ ਨਾਵਾਂ ਦੇ ਬਖੇੜੇ 'ਚ ਕਿਉਂ ਪੈ ਗਏ ਹੋ? ਉਹ ਗੁਲਾਬ ਦੇ ਫੁੱਲ ਨੂੰ ਇਹ ਝੂਠ ਕਹੀ ਜਾਈਏ ਤੂੰ ਕੰਡਾ ਕੰਡਾ, ਉਹਦਾ ਕੀ ਵਿਗੜ ਜਾਣਾ? ਉਹ ਕਹਿੰਦਾ ਤੂੰ ਕੰਡੇ ਦੀ ਥਾਂ ਮੇਰਾ ਨਾਮ ਜ਼ਹਿਰ ਰੱਖ ਦੇ, ਪਰ ਮੇਰੇ ਸੁਭਾਅ ਦਾ ਤੂੰ ਹਿੱਸਾ ਕੱਢ ਹੀ ਨਹੀਂ ਸਕਦਾ। ਤੂੰ ਜ਼ਹਿਰ ਕਹੀ ਜਾਏਗਾ, ਮੈਂ ਤਾਂ ਵੀ ਸੁਗੰਧੀ ਜਾਈ ਜਾਣੀ। ਮੇਰੀ ਇੱਕ ਬੇਨਤੀ ਹੈ, ਸੱਚਾਈ ਨੂੰ ਲਫ਼ਜ਼ਾਂ ਦੀ ਕੀ ਲੋੜ ਹੈ? ਹੀਰੇ ਨੂੰ ਕਿਤੇ ਪਤਾ ਲੋਕ ਮੈਨੂੰ ਹੀਰਾ ਕਹਿੰਦੇ ਆ? ਮੈਂ ਫਿਰ ਬੇਨਤੀ ਕਰਾਂਗਾ, ਗੁਲਾਬ ਨੂੰ ਕੀ ਪਤਾ ਮੈਨੂੰ ਗੁਲਾਬ ਕਹਿੰਦੇ ਆ? ਜਿਹਦੇ ਅੰਦਰ ਸੁਗੰਧੀ ਪੈਦਾ ਹੋ ਜਾਏ, ਉਹਨੂੰ ਸਾਰੇ ਅਪਮਾਨਜਨਕ ਸ਼ਬਦਾਵਲੀ ਵਰਤੀ ਜਾਣ, ਉਹਨੇ ਤਾਂ ਵੀ ਆਪਣੀ ਸੁਗੰਧੀ ਬਖੇਰੀ ਜਾਣੀ। ਬੇਨਤੀ ਜਿਹੜੀ ਕਰ ਲਗਾ, ਕਬੀਰ ਖੈ ਗਏ ਬਾਹਨ ਸਗਨ ਕੰਨ, ਛਤਰਪਤੀ ਕੀ ਨਾਰ। ਤਾਸ ਪਟੰਤਰ ਨਾ ਪੁਜੈ ਖਰ ਜਨ ਕੀ ਪਨਖਾਰ। ਇੱਕ ਪਰਮਾਤਮਾ ਦੇ ਦਰ ਤੇ ਬੰਦਗੀ ਕਰਨ ਵਾਲਿਆਂ ਦੀ, ਇਉਂ ਕਹਿ ਲਓ ਜੀ, ਸਤ ਸੰਗਤ ਵਿੱਚ ਪਾਣੀ ਢੋਣ ਵਾਲੀ ਔਰਤ, ਉਹਦਾ ਮੁਕਾਬਲਾ ਰਾਜੇ ਦੀ ਔਰਤ ਨਹੀਂ ਕਰ ਸਕਦੀ। ਪੁੱਛਿਆ ਜੀ ਕਿਉਂ? ਉਹਦੇ ਕੋਲ ਸਿਰਫ 2 ਘੜੇ ਪਾਣੀ ਢੋਣ ਵਾਲੇ, ਸੰਗਤ ਵਿੱਚ ਪਾਣੀ ਢੋਣ ਵਾਲੇ ਕੋਲ 1-2 ਗਾਗਰਾਂ 2 ਘੜੇ, ਤੇ ਰਾਜੇ ਦੀ ਔਰਤ ਕੋਲ ਇੰਨਾ ਧਨ ਪਦਾਰਥ। ਉਹਨੇ ਕਿਹਾ ਫਰਕ ਇੰਨਾ ਹੈ, ਰਾਜੇ ਦੀ ਔਰਤ ਸੁਬਾਹ ਤੋਂ ਸ਼ਾਮ ਤੱਕ ਵਾਸ਼ਨਾ ਨੂੰ ਉਕਸਾਉਣ ਦੇ ਲਈ ਆਪਣੇ ਕੱਪੜੇ, ਆਪਣੇ ਸ਼ਿੰਗਾਰ, ਆਪਣੇ ਗਹਿਣਿਆਂ ਵੱਲ ਧਿਆਨ ਦਿੰਦੀ ਏ ਕਿ ਰਾਜੇ ਦੀ ਵਾਸ਼ਨਾ ਪ੍ਰਬਲ ਹੋਵੇ। ਪਰ ਇਹ ਔਰਤ ਮੈਲੇ ਕੱਪੜਿਆਂ ਵਿੱਚ ਅੰਦਰ ਦੀ ਵਾਸ਼ਨਾ ਨੂੰ ਸ਼ਾਂਤ ਕਰਕੇ ਕੇਵਲ ਬੰਦਗੀ ਕਰਦੀ ਹੈ। ਇਸ ਕਰਕੇ ਦੋਨਾਂ 'ਚ ਫਰਕ ਹੈ। ਮੈਂ ਤਾਂ ਬੇਨਤੀ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਨੂੰ, ਰੱਬ ਦੇ ਪਿਆਰਿਆਂ ਨੂੰ, ਰੱਬੀ ਬਾਣੀ ਨੂੰ ਵੱਡਾ ਥਾਂ ਦਿੰਦੀ ਹੈ। ਹਜ਼ੂਰ ਦੇ ਅੰਮ੍ਰਿਤ ਬੋਲ ਨੇ ਕਿ ਕਬੀਰ ਖੈ ਗਏ ਬਾਹਨ ਸਗਨ ਕੰਨ, ਛਤਰਪਤੀ ਕੀ ਨਾਰ। ਤਾਸ ਪਟੰਤਰ ਨਾ ਪੁਜੈ ਖਰ ਜਨ ਕੀ ਪਨਖਾਰ। ਅਗਲੇ ਬਚਨ, ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ? ਆਪ ਸਵਾਲ, ਨਿਰਪ ਦਾ ਅਰਥ ਆਪਾਂ ਸਾਰੇ ਸਮਝਨੇ ਆ ਰਾਜਾ। ਰਾਜੇ ਦੀ ਔਰਤ ਦੀ ਨਿੰਦਿਆ ਕਿਉਂ? ਨਿਰਪ ਨਾਰੀ ਕਿਉਂ ਨਿੰਦੀ ਹੈ? ਹਰ ਚੇਰੀ ਕਿਉਂ ਮਾਨ? ਪਰਮਾਤਮਾ ਦੇ ਦਰ ਦੀ ਦਾਸੀ, ਉਹਦਾ ਮਾਨ ਕਿਉਂ? ਕਹਿਣ ਲੱਗੇ ਉਹ ਮਾਂਗ ਸਵਾਰ ਹੈ ਬਿਖੈ ਕੋ। ਨਿਰਪ ਨਾਰੀ ਜਿਹੜੀ ਹੈ ਆਪਣੀ ਮਾਂਗ ਸਵਾਰਦੀ ਹੈ ਵਾਸ਼ਨਾ ਦੀ ਪੂਰਤੀ ਲਈ। ਉਹ ਸਿਮਰੈ ਹਰ ਨਾਮ। ਪਾਣੀ ਢੋਣ ਵਾਲੀ ਔਰਤ ਰਾਜੇ ਦੀ ਔਰਤ ਤੋਂ ਉੱਚੀ, ਕਿਉਂਕਿ ਉਹ ਪਾਣੀ ਢੋ ਕੇ ਕੇਵਲ ਅੰਦਰ ਨੂੰ ਤ੍ਰਿਪਤ ਕਰੀ ਬੈਠੀ। ਮੈਂ ਫਿਰ ਬੇਨਤੀ ਕਰਾਂਗਾ ਕਿ ਅਸਲ 'ਚ ਗੁਰੂ ਨਾਨਕ ਸਾਹਿਬ ਨੇ ਜਿਹੜਾ ਇੱਥੇ ਇਹਨਾਂ ਸ਼ਬਦਾਂ 'ਚ ਗਿਆ, ਕਮਾਲ ਕਰ ਦਿੱਤੀ। ਉਹਨਾਂ ਕਿਹਾ ਤੂੰ ਡਰ ਰਿਹਾ ਹਕੂਮਤ ਤੋਂ, ਤੂੰ ਡਰਦਾ ਹੋਇਆ ਅੰਦਰ ਗਾਇਤਰੀ ਮੰਤਰ ਪੜ੍ਹਨਾ, ਬਾਹਰ ਅੱਲਾਹੂ ਅਕਬਰ ਕਹਿਣਾ। ਤੂੰ ਡਰਦਾ ਹੋਇਆ ਰਾਤ ਘਰ ਚਿੱਟੇ ਕੱਪੜੇ ਪਾਉਣਾ, ਬਾਹਰ ਨੀਲੇ ਕੱਪੜੇ ਪਾ ਕੇ ਤੁਰਨਾ। ਸੱਚ ਐਵੇਂ ਤੂੰ ਡਰਦਾ ਹੋਇਆ ਘਰ ਪਤਨੀ ਸ਼ਬਦ ਵਰਤਣਾ, ਉਹ ਪਤੀ ਦੇ ਵਰਤੀਏ। ਸੱਚ ਐਵੇਂ ਤੂੰ ਪਿਤਾ ਜੀ ਸ਼ਬਦ ਵਰਤਣਾ, ਘਰ ਤੂੰ ਪਿਤਾ ਜੀ ਕਹਿਣਾ, ਬਾਹਰ ਤੂੰ ਡਰਦਾ ਹੋਇਆ ਚੇਤੇ ਰੱਖੀ ਤੂੰ ਮੀਆਂ ਜੀ ਕਹਿ ਕੇ ਬੁਲਾਣਾ ਪਿਆ। ਨਹੀਂ, ਇਸ ਸੰਦਰਭ 'ਚ ਇਹ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਅਸਲ 'ਚ ਪਰਮਾਤਮਾ ਦੀ ਭਗਤੀ, ਗੁਰੂ ਗ੍ਰੰਥ ਸਾਹਿਬ ਦਾ ਕਨਸੈਪਟ ਕਿਸੇ ਰਾਜੇ ਅਮੀਰੜੇ ਵਜ਼ੀਰੜੇ ਨੂੰ ਸਵੀਕਾਰ ਨਹੀਂ ਕਰਦਾ। ਇਹ ਕੇਵਲ ਪਰਿਪੂਰਨ ਪਰਮਾਤਮਾ ਨੂੰ ਸਵੀਕਾਰ ਕਰਦਾ। ਇਹੀ ਕਾਰਨ ਮੈਂ, ਚਲੋ ਇਹ ਦੁਹਰਾਓ ਨਾ ਹੋਵੇ ਕਥਾ 'ਚ, ਮੈਂ ਇੱਕ ਵਾਰ ਅਰਜ਼ ਕੀਤੀ ਸੀ, ਆ ਗੁਰੂ ਸਾਹਿਬ ਤੇ ਤੁਸੀਂ ਚੰਦੋਵਾ ਲਾਇਆ, ਪਾਲਕੀ ਹੈ, ਅੱਗੇ ਸ਼ਸਤਰ ਨੇ, ਕੀ ਇਹ ਸਜਾਵਟ ਹੈ? ਇਹ ਡੈਕੋਰੇਸ਼ਨ ਨਹੀਂ। ਮੇਰੀ ਬੇਨਤੀ ਸੁਣੋ, ਗੁਰੂ ਘਰ ਦੀ ਪਾਲਕੀ, ਛਤਰ, ਚੰਦੋਵੇ, ਚੌਰ, ਇਹਨਾਂ ਨੂੰ ਖੰਡਨ ਕਰਨਾ ਮਾ ਤੁਰ ਪਈਏ। ਇਹ ਹਰ ਚਿੰਨ੍ਹ ਦੇ ਵਿੱਚ ਕੋਈ ਫਲਸਫਾ ਹੈ। ਹਰ ਚਿੰਨ੍ਹ ਕਹਿ ਰਿਹਾ, ਬਾਦਸ਼ਾਹ ਦੇ ਸਿਰ ਤੇ ਚੰਦੋਵੇ ਚੱਲਦੇ ਸਨ। ਕਿੱਥੇ ਲਾਲ ਕਿਲਾ, ਕਿੱਥੇ ਬਾਦਸ਼ਾਹ ਤੇ ਕਿੱਥੇ ਚੰਦੋਵੇ ਚਲੇ ਗਏ। ਇਹ ਚੰਦੋਵਾ ਇਸ ਗੱਲ ਦੀ ਸੁਤੰਤਰਤਾ ਦਾ ਪ੍ਰਤੀਕ ਹੈ
ਜਿਹਨੂੰ ਤੂੰ ਮੱਥਾ ਟੇਕਣਾ, ਇਹਦੇ ਚੰਦੋਵੇ ਨੂੰ ਕਦੀ ਕਿਸੇ ਖਤਮ ਨਹੀਂ ਕਰ ਸਕਣਾ। ਇਹਦੇ ਅਰਥ ਨੇ ਕੋਈ। ਚੌਰ ਰਾਜਿਆਂ ਉੱਤੇ ਹੁੰਦੀ ਸੀ। ਇੱਕ ਲਫ਼ਜ਼ ਬਾਣੀ ਚ ਆਉਂਦਾ ਖਵਾਸੀ, ਖਲਾਸੀ ਨਹੀਂ, ਖਵਾਸੀ ਜਾਂ ਖਵਾਸ, ਇਹਦਾ ਅਰਥ ਹੈ ਚੌਰ ਬਰਦਾਰ। ਉਹਨਾਂ ਦੇ ਚੌਰ ਬਰਦਾਰ ਕਿੱਥੇ ਚਲੇ ਗਏ? ਮੈਂ ਬੇਨਤੀ ਕਰਾਂਗਾ, ਤਖਤ ਕਿੱਥੇ ਚਲੇ ਗਏ? ਗੁਰਮੁਖੋ, ਅੱਜ ਵੀ ਤੁਸੀਂ ਧਿਆਨ ਨਾਲ ਸੁਣੋ। ਹਰ ਥਾਂ ਤੇ ਸੀ ਵਾਕ ਮੁੱਖ ਵਾਕ ਹੁਕਮਨਾਮਾ ਲਿਖਣੇ। ਮੈਂ ਅਰਜ਼ ਕਰਾਂ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਤਾਂ ਹੋਈ, ਮੈਂ ਪਾਠ ਕਰਾਂਗਾ, ਭਾਈ ਸਾਹਿਬ ਹੁਕਮ ਲੈਣਗੇ, ਮੈਨੂੰ ਕਈ ਵਾਰੀ ਚੇਤੇ ਸ਼ਬਦ ਹੁੰਦਾ, ਤੁਹਾਨੂੰ ਚੇਤੇ, ਪਰ ਇਹ ਇਸ ਪਰਪੇਖ ਨੂੰ ਸਮਝੋ। ਸ਼ਬਦ ਤੁਹਾਨੂੰ ਚੇਤੇ ਵੇ, ਉਹੀ ਹੁਕਮਨਾਮਾ ਆ ਗਿਆ, ਤੁਸੀਂ ਨਾਲ ਬੋਲਦੇ ਨਹੀਂ, ਹੱਥ ਜੋੜ ਕੇ ਸੁਣਦੇ ਹੋ। ਇਹ ਗੱਲ ਇਸ ਚੀਜ਼ ਦੀ ਪ੍ਰਤੀਕ ਹੈ ਕਿ ਸਿੱਖ ਆਪਣੇ ਗੁਰੂ ਦੇ ਹੁਕਮ ਨੂੰ ਖਿੜੇ ਮੱਥੇ ਸਵੀਕਾਰ ਕਰਦਾ ਹੈ। ਹੁਕਮ, ਚੰਦੋਵਾ, ਇਹ ਲਫ਼ਜ਼ ਬੜੇ ਕਮਾਲ ਦੇ ਨੇ। ਹੁਕਮ, ਚੰਦੋਵਾ, ਚੌਰ, ਸ਼ਸਤਰ, ਪਾਲਕੀ, ਨਿਸ਼ਾਨ ਸਾਹਿਬ, ਨਗਾਰਾ, ਇਹ ਸਾਰੀਆਂ ਇਸ ਚੀਜ਼ ਦੀਆਂ ਸੂਚਕ ਨੇ ਕਿ ਇਸ ਦਰਵਾਜ਼ੇ ਵਿੱਚ ਮੱਥਾ ਟੇਕਣ ਵਾਲਾ ਆਪਣੀ ਹਕੂਮਤ ਦਾ ਪਾਤਸ਼ਾਹ ਕੇਵਲ ਗੁਰੂ ਤੇ ਰੱਬ ਨੂੰ ਜਾਣਦਾ ਹੈ। ਬੇਨਤੀ ਹੈ, ਬਾਣੀ 'ਚੋਂ ਇਹ ਤੁਸੀਂ ਪੜ੍ਹੋਗੇ, ਬੜੇ ਸ਼ਬਦ ਮਿਲਣਗੇ ਜਿਹਦੇ ਵਿੱਚ ਪਰਮਾਤਮਾ ਨੂੰ ਰਾਜਾ ਕਿਹਾ। ਮੈਂ ਇੱਕ ਚਲੋ ਉਦਾਹਰਨ ਤੁਹਾਨੂੰ ਦੇ ਦੇਣਾ ਛੋਟੀ ਜੀ, ਇਸ ਕਰਕੇ ਨਹੀਂ ਮੈਂ ਕਾਂਗਰਸ ਪੈਦਾ ਕਰਨਾ ਚਾਹੁੰਦਾ। ਪਲੀਜ਼ ਥੋੜ੍ਹਾ ਜਿਹਾ ਤੁਸੀਂ ਇਕਾਗਰਤਾ ਬਣਾਇਓ, ਕਿਉਂਕਿ ਸਵੇਰੇ ਮੈਂ ਆਪਣੇ ਹਿਸਾਬ ਨਾਲ ਸਿਸਟਮ ਠੀਕ ਕਰਾਂਗਾ ਸਪੀਕਰ ਦਾ ਵੀ। ਹੁਣ ਮੈਂ ਵੈਸੇ ਟਾਈਮ ਪਾਸ ਕਰ ਰਿਹਾ, ਵੈਸੇ ਸੱਚ ਇਹ ਵੇ, ਇਹ ਇੱਕ ਜਿਹਦੇ ਅੰਦਰ ਚਿੰਨ੍ਹ ਪੈਦਾ ਹੋ ਜਾਏ ਕਿ ਸੱਚ ਦੀ। ਮੈਨੂੰ ਯਾਦ ਹੈ ਕਿ ਇੱਕ ਵਾਰੀ ਇੱਕ ਕਿਤਾਬ 'ਚ ਮੈਂ ਪੜ੍ਹਿਆ ਕਿ ਫਕੀਰ, ਇਹਨੂੰ ਐਵੇਂ ਕਾਂਗਰਸ ਦੀ ਕਹਾਣੀ ਮੈਂ ਸਮਝਣਾ, ਬੜੀ ਬੇਪਰਵਾਹੀ ਨਾਲ ਰਹਿੰਦਾ, ਉਹਨੂੰ ਕਿਸੇ ਦੀ ਪਰਵਾਹ ਨਹੀਂ। ਇਹ ਨਹੀਂ ਕਿ ਮੈਂ ਸ਼ਬਦ ਤੋਂ ਸ਼ਲੋਕ ਤੋਂ ਦੂਰ ਚਲਾ ਗਿਆ। ਮੇਰੇ ਸਾਰੇ ਕਹਿਣ ਦਾ ਮਤਲਬ ਇਹ ਵੇ ਕਿ ਗੁਰੂ ਜਿਸ ਕਨਸੈਪਟ 'ਚ ਬੋਲਦੇ ਪਏ ਨੇ, ਸਭ ਤੋਂ ਪਹਿਲੀ ਗੱਲ ਇਹ ਸਮਝੋ, ਗੁਰੂ ਕਿਸੇ ਦਾ ਮੁਥਾਜ ਨਹੀਂ। ਨਾ ਬ੍ਰਾਹਮਣ ਦਾ ਮੁਥਾਜ, ਨਾ ਕਾਜ਼ੀ ਦਾ ਮੁਥਾਜ, ਨਾ ਮੁੱਲਾਂ ਦਾ ਮੁਥਾਜ, ਨਾ ਗੁਰੂ ਨੂੰ ਕਿਸੇ ਰਾਜੇ ਦੀ ਮੁਥਾਜੀ ਹੈ। ਚਲੋ ਇੱਕ ਉਦਾਹਰਨ ਮੈਂ ਤੁਹਾਨੂੰ ਦੇਣਾ ਕਿ ਫਕੀਰ ਬੈਠਾ ਆਪਣੀ ਮੌਜ। ਫਕੀਰ ਦਾ ਅਰਥ ਵੈਸੇ ਮੰਗਤਾ ਵੀ ਆਇਆ, ਉਂਝ ਵੈਸੇ ਫਕੀਰ ਦਾ ਅਰਥ ਹੈ ਜਿਹੜਾ ਸਭ ਕੁਝ ਤਿਆਗ ਕੇ ਰੱਬ ਦੇ ਭਰੋਸੇ ਤੇ ਜਿੰਦਾ ਹੈ। ਜਦੋਂ ਉਰਦੂ ਵਿੱਚ ਫਕੀਰ ਲਫ਼ਜ਼ ਲਿਖਣੇ ਆ, ਸੂਝਵਾਨਾਂ ਨੂੰ ਪਤਾ ਹੈ, ਫੇ ਕਾਫ ਇਹ ਤੇ ਰੇ ਪੈਂਦਾ ਤਾਂ ਫਕੀਰ ਬਣਦਾ। ਉਹ ਕਹਿੰਦੇ ਸਨ ਫੇ ਦਾ ਅਰਥ ਤੇ ਫਖਰ, ਫਕੀਰ ਹੋਵੇ ਜਿਹੜਾ ਰੱਬ ਤੇ ਫਖਰ ਕਰਕੇ ਜਿੰਦਾ ਹੈ। ਜਿਵੇਂ ਅਸੀਂ ਫਖਰ ਕਰਨੇ, ਮੈਨੂੰ ਆਪਣੇ ਪੁੱਤਰ ਤੇ ਫਖਰ, ਮੈਨੂੰ ਆਪਣੇ ਬਿਜ਼ਨਸ ਤੇ ਫਖਰ। ਫਕੀਰ ਹੋਵੇ ਜਿਹੜਾ ਕਹਿੰਦਾ ਮੇਰੇ ਰੱਬ ਵਰਗਾ ਕੋਈ ਨਹੀਂ, ਹਮਰਾ ਠਾਕੁਰ ਸਭ ਤੇ ਉੱਚਾ। ਉਹ ਕਹਿੰਦਾ ਮੇਰੇ ਰੱਬ ਤੋਂ ਵੱਡਾ ਕੋਈ ਨਹੀਂ, ਵੱਡੀ ਕੋ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਫੇ ਦਾ ਅਰਥ ਫਖਰ, ਜਿਹੜਾ ਰੱਬ ਤੇ ਫਖਰ ਕਰਕੇ ਜਿੰਦਾ। ਉਸ ਤੋਂ ਬਾਅਦ ਹੁੰਦਾ ਕੱਕਾ। ਜੇ ਗੁਰਮੁਖੀ 'ਚ ਲਿਖਾਂਗੇ ਫੱਫਾ ਕੱਕਾ ਬਿਹਾਰੀ ਤੇ ਰਾਰਾ ਫਕੀਰ, ਤੇ ਜਦੋਂ ਉਰਦੂ 'ਚ ਲਿਖਿਆ ਜਾਂਦਾ ਫੇ ਕਾਫ ਇਹ ਤੇਰੇ, ਇਹ ਸੂਝਵਾਨਾਂ ਨੂੰ ਪਤਾ ਹੈ। ਫੇ ਦਰ ਤੇ ਫਖਰ, ਅੱਗੇ ਵੇ ਕਾਫ, ਕਾਫ ਦਰ ਤੇ ਕਾਇਨਾਤ ਕੁਦਰਤ। ਸੱਚ ਇਹ ਵੇ ਜਿਹੜਾ ਰੱਬ ਤੇ ਫਖਰ ਰੱਖ ਕੇ ਜਿੰਦਾ ਹੈ, ਸਾਰੀ ਕਾਇਨਾਤ ਉਹਦੀ ਗੁਲਾਮ ਹੋ ਜਾਂਦੀ ਹੈ। ਉਹ ਕਾਦਰ ਦੀ ਝਲਕ ਕੁਦਰਤ ਵਿੱਚੋਂ ਬਣਦਾ ਹੈ। ਉਸ ਤੋਂ ਬਾਅਦ ਹੁੰਦਾ ਇਹ ਦਾ ਅਰਥ ਹੈ ਯਾਦ। ਫਕੀਰ ਹੋਵੇ ਜਿਹੜਾ ਰੱਬ ਤੇ ਫਖਰ ਕਰੇ, ਮਾਨ ਕਰੇ, ਜਿਹੜਾ ਕਾਦਰ ਨੂੰ ਕੁਦਰਤ ਵਿੱਚੋਂ ਝਲਕੇ ਦੇਖੇ ਤੇ ਜਿਹੜਾ ਰੱਬ ਦੀ ਯਾਦ ਵਿੱਚ ਜ਼ਿੰਦਗੀ ਬਤੀਤ ਕਰੇ। ਤੇ ਅਖੀਰ ਤੇ ਅੱਖਰ ਹੁੰਦਾ ਰੇ, ਉਹਦਾ ਅਰਥ ਕਿ ਜਿਹੜਾ ਰਹਿਮ ਦਿਲ ਹੋਵੇ। ਫਕੀਰ ਕਦੀ ਪੱਥਰ ਦਿਲ ਨਹੀਂ ਹੁੰਦਾ। ਰੱਬ ਤੇ ਫਖਰ ਕਰਨ ਵਾਲਾ, ਪਰਮਾਤਮਾ ਦੀ ਯਾਦ ਤੇ ਜੀਣ ਵਾਲਾ, ਉਸ ਕਾਦਰ ਦੀ ਕੁਦਰਤ ਵਿੱਚੋਂ ਕਾਦਰ ਦੀਆਂ ਝਲਕਾਂ ਮੰਨਣ ਵਾਲਾ, ਬਲਿਹਾਰੀ ਕੁਦਰਤ ਵਸਿਆ। ਤੇ ਰੇ ਦਾ ਅਰਥ ਰਹਿਮ ਦਿਲ ਇੰਨਾ ਹੋਵੇ ਕਿ ਸਭਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ। ਜੇ ਤਉ ਪਿਰਿਆ ਦੀ ਸਿੱਖ ਤਾਂ ਹਿਆਉ ਨਾ ਠਾਹੇ ਕਹੀਦਾ। ਫਕੀਰ ਆਪਣੀ ਝੌਂਪੜੀ 'ਚ ਬੈਠਾ ਹੈ। ਤੇ ਯਾਦ ਰੱਖੋ, ਇਹਦਾ ਮਤਲਬ ਇਹ ਨਹੀਂ ਕਿ ਮੈਂ ਇਹ ਕਹਿ ਰਿਹਾ ਕਿ ਸ਼ਾਇਦ ਘਰ ਛੱਡ ਕੇ ਸਿੱਖਾਂ ਨੂੰ ਝੌਂਪੜੀਆਂ ਵੱਲ ਤੋਰ ਰਿਹਾ। ਮੈਂ ਸਿਰਫ ਇੰਨੀ ਗੱਲ ਕਰਨੀ ਚਾਹੁੰਦਾ, ਗੁਰਮੁਖੋ, ਜਿੱਥੇ ਸਿਮਰਨ ਆ ਜਾਏ ਉੱਥੇ ਕੱਖਾਂ ਦੀ ਕੁੱਲੀ ਵੀ ਪੂਜਣਯੋਗ ਹੋ ਜਾਂਦੀ ਏ। ਜਿੱਥੇ ਸਿਮਰਨ ਨਾ ਆਵੇ ਉੱਥੇ ਵੱਡੇ ਵੱਡੇ ਮਹਲ ਵੀ ਖੰਡਰਾਤ ਹੋ ਜਾਂਦੇ ਨੇ। ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ
किति कामना तौल कर जित हर बिसराए। ਜਾਂ ਅਸੀਂ ਪਾਠ ਕਰਨੇ ਆ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜ਼ਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ, ਮਿੱਤਰ ਨਾ ਇਠ ਤਨ ਰੂਪਹੀਨ ਕਿਛ ਸਾਕ ਨਾ ਸੰਨਾ। ਮਹਾਰਾਜ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾ ਮਨ ਭਿੰਨਾ। ਫਕੀਰ ਬੈਠਾ ਹੈ ਆਪਣੀ ਮੌਜ ਝੌਂਪੜੀ 'ਚ। ਬਾਦਸ਼ਾਹ ਨੂੰ ਕਿਸੇ ਕਿਹਾ ਵੀ ਹੈ ਬੜਾ ਬੇਪਰਵਾਹ ਤੇ ਜੋ ਮੂੰਹ ਚਾਵੇ ਬੋਲ ਵੀ ਜਾਂਦਾ ਹੈ। बादशाह ने कहा मैं मिलना चाहना। उन्हें कहा भी मिलना है इकल्ले जाओ, कोई 2-4 सिर्फ नज़दीकी दे राजदार लैके जाओ, ਉਹਦਾ पता कोई नहीं की ਜ਼ਬਾਨ ਵਿੱਚੋਂ बोलता है। ਉਹ चला गया इकल्ला, जा ਉੱਤੇ हाथी ते चढ़िया ਤੇ ਨਾਲ ਉਹਦੇ 1-2 ਬੰਦੇ ਰਾਜਦਾਰ ਨਜ਼ਦੀਕੀ। ਜਦੋਂ ਉਹ ਝੌਂਪੜੀ ਕੋਲ ਗਏ ਤੇ ਜਿਸ ਰਸਤਾ ਜਿਹੜਾ ਮਾਰਗ ਜਿਹੜਾ ਰਾਹ ਉਹਦੀ ਝੌਂਪੜੀ ਨੂੰ ਜਾਂਦਾ, ਉੱਥੇ ਲੰਮੀਆਂ 16 ਕੰਡਿਆਂ ਵਾਲੇ ਮੋੜੇ ਪਏ ਨੇ। ਮੋੜੇ ਲਫ਼ਜ਼ ਪੰਜਾਬ ਵਾਲੇ ਸਮਝਣਗੇ, ਮੈਂ ਦੁਹਾਈ ਦੇਣਾ ਪਿਆ ਥਾਂ ਥਾਂ ਤੇ, ਤੁਹਾਡੇ ਨਿਆਣਿਆਂ ਦੀ ਵੋਕੈਬਲਰੀ ਮਰ ਗਈ ਹੈ ਪੰਜਾਬੀ ਦੀ। ਆ ਅੱਗੇ ਮਹਾਰਾਜ ਨੇ ਕਹਿਣਾ ਮਲੇਸ਼ ਭਾਖਿਆ ਗਈ, ਤੁਸੀਂ ਵੀ ਫਤਿਹ ਛੱਡ ਕੇ ਬਾਬਾ ਜੀ ਕੋ ਜੈ ਬੋਲੋ ਵਾਲੇ ਪਾਸੇ ਤੁਰੇ ਬੈਠੇ ਹੋ। ਸੱਚ ਹੈ। ਉੱਥੇ ਮੀਆਂ ਜੀ ਕਹਿੰਦੇ ਮਹਾਰਾਜ ਨੇ ਕਿਹਾ ਤੂੰ ਕਿਉਂ ਛੱਡ ਬੈਠਾ ਆਪਣੀ ਬੋਲੀ ਸਨਾਤਨ ਧਰਮ ਦੀ। ਉਹ ਮਹਾਰਾਜ ਉੱਥੇ ਉਹਨੂੰ ਕਿਹਾ ਤੂੰ ਗੁਲਾਮ ਹੋ ਗਿਆ। ਮੈਂ ਬੇਨਤੀ ਕਰਾਂਗਾ ਇਹ ਸਮਝ ਆਉਣ ਵਾਲੇ ਸਮੇਂ 'ਚ ਸਾਰੀਆਂ ਤੁਕਾਂ ਇਹ ਸਲੋਕਾਂ 'ਚ ਆਉਣਗੀ। ਉਹਨੇ ਆਪਣੇ ਰਸਤੇ ਜਿਹੜਾ ਰਾਹ ਜਾਂਦਾ ਉਹਦੇ 'ਚ ਮੋੜੇ ਸੱਟੇ ਨੇ। ਇਹਦਾ ਜ਼ਿਕਰ ਬਾਬੇ ਫਰੀਦ ਨੇ ਆਪਣੀ ਬਾਣੀ 'ਚ ਕੀਤਾ। ਵਣ ਕੰਡਾ ਮੋੜੇ, ਮੋੜੇ ਸਮਝਦੇ ਪੰਜਾਬੀ ਸਮਝਣ ਵਾਲੇ। ਉਹ 16 ਮੋੜੇ ਪਏ ਨੇ। ਰਾਜੇ ਦਾ ਹਾਥੀ ਲੰਘਣਾ ਸੀ, ਰਾਜਦਾਰ ਨੇ ਮੋੜੇ ਪਰਾਂ ਕਰ ਦਿੱਤੇ। ਅਗਾਂ ਗਿਆ ਤੇ ਉਹਦੀ ਝੌਂਪੜੀ ਦੇ ਕੋਲ ਕੁੱਤਾ ਰੱਖਿਆ ਉਹਨੇ। ਕੁੱਤੇ ਨੂੰ ਰੱਸਾ ਨਹੀਂ ਪਾਇਆ। ਕੁੱਤਾ ਵੇਖ ਕੇ ਹਾਥੀ ਨੂੰ ਭੌਂਕਣ ਲੱਗ ਪਿਆ। ਫਕੀਰ ਬਾਹਰ ਨਿਕਲਿਆ, ਉਹਨੇ ਦੇਖਿਆ ਵੀ ਬਾਦਸ਼ਾਹ ਆ ਗਿਆ। ਹਾਥੀ ਤੇ ਚੜਿਆ ਬਾਦਸ਼ਾਹ ਝੌਂਪੜੀ ਕੋਲ ਗਿਆ, ਥੱਲੇ ਉਤਰਿਆ ਤੇ ਕਹਿੰਦੇ ਨੇ ਉਸ ਵਕਤ ਬਾਦਸ਼ਾਹ ਨੂੰ ਆਪਣਾ ਹੰਕਾਰ ਸੀ। ਪਿਛਲੇ ਦਿਨੀ ਮੇਰਾ ਖਿਆਲ ਹਉਮੈ ਦੀ ਕਥਾ ਕਈ ਦਿਨ ਚੱਲਦੀ ਰਹੀ ਹੈ। ਚੇਤੇ ਰੱਖਿਓ ਇਹ ਇੰਨਾ ਭੈੜਾ ਕੰਡਾ ਜੇ ਇਹ ਬੰਦੇ ਨੂੰ ਨਹੀਂ ਜੇ ਬਖਸ਼ਦਾ। ਮੈਂ ਤਾਂ ਕਈ ਵਾਰੀ ਹੈਰਾਨ ਹੁੰਨਾ, ਇਹੋ ਜਿਹੇ ਲੋਕ ਮਿਲਦੇ ਨੇ ਭੋਗ ਤੇ ਜਾਈਏ। ਇੱਕ ਬੰਦਾ ਨੌਜਵਾਨ ਪੁੱਤਰ ਦੀ ਮੌਤ ਹੋਈ, ਉਹਦੇ ਨਾਲ ਅਫਸੋਸ ਕਰਨ ਗਿਆ ਤੇ ਉਹ ਕਹੀ ਜਾਏ ਭਾਈ ਸਾਹਿਬ ਜੀ ਇੰਨੇ ਲੋਕ ਆਏ ਤੁਸੀਂ ਹੈਰਾਨ ਹੋ ਜਾਓਗੇ। ਮੈਂ ਹੱਦ ਹੋ ਗਈ। ਮੈਂ ਕਿਹਾ ਪੁੱਤਰ ਦੀ ਮੌਤ ਵਿੱਚੋਂ ਵੀ ਗਿਣਤੀ ਕਰਦਾ ਪਿਆ ਹਉਮੈ ਦੀ ਕਿੰਨੇ ਕੁ ਲੋਕ ਮੇਰੇ ਨਾਲ ਨੇ। ਇਹ ਕਿੱਡੀ ਭੈੜੀ ਬਿਮਾਰੀ ਸੱਚ ਜੇ। ਮੇਰਾ ਖਿਆਲ ਤੁਸੀਂ ਧਿਆਨ ਰੱਖੋ, ਅਸੀਂ ਮਰਿਆਂ ਵਿੱਚੋਂ ਵੀ ਹਉਮੈ ਦੀ ਪੂਰਤੀ ਕਰਨੇ ਆ। ਜੋ ਹਮਾਰੇ ਬਾਪੂ ਜੀ ਕੇ ਪਿਤਾ ਦੇ ਭੋਗ ਤੇ ਲੋਕ ਆਏ ਨੇ, ਕਿਸੇ ਦੇ ਨਹੀਂ ਆਏ, ਉਹ ਕਿਹੜੀ ਗਿਣਤੀ 'ਚ ਪੈ ਗਿਆ ਸੀ। ਉਹਦੀ ਆਪਣੀ ਹਉਮੈ में याद रखो, राज दी अपनी हौमे में, सुआपण दी अपनी हौमे में, विधवता दी अपनी हौमे में, हुनर दी अपनी हौमे में। वो खुशकिस्मत जिदी रब ने हौमे मल के रख दी। साध संग जे हौमे मारी, नानक ताको मिले मुरारी। बादशाह दी हौमे सी अपनी, उन्हें फकीर नूं टिचर कर दी, मजाक कर दिता। फारसी दियां 2 सतरां ने जी। फकीर नूं बादशाह ने हाथी तो थले उतर के शब्द वरत्या, दरे दरवेश दरबान ना बायद। इहदा अर्थ, दरवेश दा अर्थ फकीर, दर दा अर्थ दरवाजा, ते दरबान दा अर्थ संतरी सिक्योरिटी गार्ड कह लो, चौकीदार कह लो। कहन लगा बादशाह मजाक करके कहंदा, दरे दरवेश दरबान ना बायद। होवे दरवेश ते दरवेश नूं की लोड़ पै गई सिक्योरिटी दी, दरवेश नूं की लोड़ पै गई चौकीदार दी। इहदा मतलब यह सी, खैं तू फकीर, पहलां तू रस्ते च कंडे सट्टे ने, अगे तू कुत्ता रखिया। उहदा इशारा कुत्ते वाल सी, कुत्ता भौंक रहा सी। उन्हें कहा दरे दरवेश दरबान ना बायद। दरवेशां दे दर दे उपर पहरेदार दरबान कुत्ते नहीं चंगे लगते। कहते उस वक्त फकीर बोलिया, कहंदा हाँ ये मैं आप रखिया होया दरबान, ये कुत्ता मैं आप रखे। कहंदा क्यों? दरवेश ने कहा बबायद के सगे दुनिया ना आयद। मैं इस करके कुत्ता रखा कि तेरे वर्गा हल्का कुत्ता ना कोई आ जाए। मैं एक बेनती करांगा, ये कैसी फकीरी होगी, कैसी स्वतंत्रता है।
ਬਾਦਸ਼ਾਹ ਕਹਿੰਦਾ ਦਰੇ ਦਰਵੇਸ਼ ਦਰਬਾਨ ਨਾ ਬਾਇਦ, ਤੇ ਫਕੀਰ ਕਹਿ ਰਿਹਾ ਬਬਾਇਦ ਕਿ ਸਗੇ ਦੁਨੀਆ ਨਾ ਆਇਦ। ਸਗ ਦਾ ਅਰਥ ਕੁੱਤਾ, ਕਿ ਕਿਤੇ ਇਹ ਦੁਨਿਆਵੀ ਕੁੱਤਾ ਨਾ ਆ ਜਾਏ। ਮੈਂ ਸਿਰਫ ਇੱਕ ਬੇਨਤੀ ਕੀਤੀ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਿਰਫ ਇੱਕ ਪਰਿਪੂਰਨ ਪਰਮਾਤਮਾ ਵਾਹਿਗੁਰੂ ਉਹਦੇ ਰਾਜ ਨੂੰ ਉਹਨੂੰ ਸਵੀਕਾਰਿਆ, ਉਸ ਤੋਂ ਅਗਾਂਹ ਮੈਂ ਚੱਲਾਂ। ਦੇਖੋ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਆਪ ਜੀ ਪਾਠ ਕਰਦੇ ਹੋ, ਮੈਂ ਅਰਥ ਨਹੀਂ ਅਜੇ ਕਰ ਰਿਹਾ, ਯਾਦ ਰੱਖਿਓ, ਮੈਂ ਸਿਰਫ ਭੂਮਿਕਾ ਕਹਿ ਰਿਹਾ ਵੀ ਜੋ ਆਉਣ ਵਾਲੇ ਜਵਾਨਾਂ 'ਚ ਚੱਲਣਾ ਹੈ, ਇਹਦੇ ਵਿੱਚੋਂ ਬਹੁਤ ਕੁਝ ਸਾਨੂੰ ਮਿਲਣਾ ਹੈ। ਇਹਦੇ ਵਿੱਚੋਂ ਧਰਮ ਦਾ ਪੇਖ ਮਿਲਣਾ, ਇਹ 'ਚ ਰਾਜ ਦਾ ਗੁਲਾਮੀ ਮਿਲਣੀ। ਫਿਰ ਅਖੀਰ ਤੇ ਮੇਰੇ ਗੁਰੂ ਨੇ ਪੌੜੀ 'ਚ ਕਹਿਣਾ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਖੇਡ ਚਲਾਏਂਦਾ। ਦੇਖੋ ਬਾਦਸ਼ਾਹ ਉਹਦੇ ਗੁਲਾਮ ਬਣਦੇ ਸਨ। ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਦੇ ਹੋ, ਉਦੋਂ ਸਭ ਤੋਂ ਜ਼ਿਆਦਾ ਗੁਰਦੇਵ ਨੇ ਜ਼ੋਰ ਦਿੱਤਾ ਹੈ ਜੇ ਗੁਲਾਮੀ ਕਰਨੀ ਹੈ ਤੇ ਰੱਬ ਦੀ ਕਰ, ਜੇ ਗੁਲਾਮੀ ਕਰਨੀ ਹੈ ਤੇ ਗੁਰੂ ਦੀ ਕਰ, ਜੇ ਗੁਲਾਮੀ ਕਰਨੀ ਹੈ ਤੇ ਸੰਗਤ ਦੀ ਕਰ। ਸਤ ਸੰਗਤ ਲਫ਼ਜ਼ ਵਰਤਾਂਗਾ। 2-3 ਸ਼ਬਦ ਮੈਂ ਪੜ੍ਹ ਦੇਣਾ ਸਿਰਫ ਪ੍ਰਮਾਣ ਮਾਤਰ। ਇੱਕ ਤਾਂ ਮਾਰੂ ਰਾਗ ਦਾ ਸ਼ਬਦ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ। ਇੱਥੇ ਲਫ਼ਜ਼ ਮੁੱਲ ਖਰੀਦੀ ਹੈ। ਕਿਉਂ? ਨੌਕਰ ਤੇ ਗੁਲਾਮ 'ਚ ਥੋੜ੍ਹਾ ਜਿਹਾ ਫਰਕ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਨੌਕਰ ਤੇ ਗੁਲਾਮ 'ਚ ਇੰਨਾ ਕੁ ਫਰਕ ਹੈ ਕਿ ਨੌਕਰ ਹਰ ਮਹੀਨੇ ਤਨਖਾਹ ਲੈਂਦਾ। ਕਈ ਵਾਰੀ ਬਾਹਰਲੇ ਮੁਲਕਾਂ 'ਚ ਹਫ਼ਤੇ ਦੀ ਤਨਖਾਹ ਮਿਲਦੀ, ਵੇਤਨ ਮਿਲਦਾ। ਕਈ 2 ਮਹੀਨਿਆਂ ਦੇ, ਕਈ ਵਾਰੀ 6-6 ਮਹੀਨਿਆਂ ਦੀ ਤਨਖਾਹ ਪਹਿਲਾਂ ਦੇ ਦਿੰਦੇ ਨੇ। ਨੌਕਰ ਨੂੰ ਮਹੀਨੇ ਬਾਅਦ, ਹਫ਼ਤੇ ਬਾਅਦ, ਮਹੀਨੇ 6 ਮਹੀਨੇ ਬਾਅਦ ਨੌਕਰੀ ਮਿਲਦੀ, ਤਨਖਾਹ ਮਿਲਦੀ। ਪਰ ਜਦੋਂ ਨੌਕਰ ਦੀ ਮਰਜ਼ੀ ਆਏ, ਇਹ ਕਹਿ ਸਕਦਾ ਮਾਲਿਕ ਇਸ ਮਹੀਨੇ ਦੀ ਤਨਖਾਹ ਪੂਰੀ ਕਰਕੇ ਮੈਂ ਅੱਗੋਂ ਤੇਰਾ ਕੰਮ ਨਹੀਂ ਕਰਨਾ, ਜੋ ਤੇਰੀ ਮੇਰੀ ਲਿਖਤ ਪੜ੍ਹ ਤੇ ਖਤਮ, ਇਸ ਤੋਂ ਅੱਗੇ ਮੈਂ ਕੰਮ ਨਹੀਂ ਕਰਨਾ। ਕਿਉਂਕਿ ਨੌਕਰ ਜਿਹੜਾ ਹੈ ਉਹ ਕਿਸੇ ਵੇਲੇ ਵੀ ਜਵਾਬ ਦੇ ਕੇ ਜਾ ਸਕਦਾ ਜੋ ਕੰਟਰੈਕਟ ਸਾਈਨ ਕੀਤਾ ਹੈ, ਪਰ ਗੁਲਾਮ ਨਹੀਂ ਜਾ ਸਕਦਾ। ਗੁਲਾਮ ਨੂੰ ਤਨਖਾਹ ਨਹੀਂ ਮਿਲਦੀ। ਗੁਲਾਮ ਸਿਰਫ ਖਰੀਦਿਆ ਗਿਆ, ਇੱਕ ਵਾਰ ਪੈਸੇ ਦੇ ਕੇ ਖਰੀਦਿਆ ਹੈ, ਤੇ ਗੁਲਾਮ ਨੂੰ ਮਰਦੇ ਦਮ ਤੱਕ ਮਾਲਕ ਦੇ ਬੂਹੇ ਤੇ ਰਹਿਣਾ ਪੈਂਦਾ ਹੈ। ਗੁਰੂ ਨੇ ਕਿਹਾ ਬਾਦਸ਼ਾਹਾਂ ਦੇ ਗੁਲਾਮ ਬਣਨ ਦੀ ਥਾਂ ਤੂੰ ਇਹੋ ਜਿਹੀ ਬਿਰਤੀ ਪੈਦਾ ਕਰਦਾ ਹੈ, ਜਨਮ ਤੋਂ ਲੈ ਕੇ ਮੌਤ ਤੱਕ ਜੇ ਗੁਲਾਮ ਬਣਨਾ ਹੈ ਤੇ ਰੱਬ ਦੇ ਦਰ ਦਾ ਗੁਲਾਮ ਬਣ ਜਾ। ਦੇਖੋ ਸ਼ਬਦ ਅਸੀਂ ਪੜ੍ਹਨੇ, ਮੁੱਲ ਖਰੀਦੀ ਲਾਲਾ ਗੋਲਾ, ਲਾਲਾ ਸ਼ਬਦ ਖਾਸ ਕਰਕੇ ਗੁਲਾਮ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ। ਕਹਿੰਦੇ ਨੇ ਮੈਂ ਖੁਸ਼ਕਿਸਮਤ ਹਾਂ, ਮੈਂ ਭਾਗਾਂ ਵਾਲਾ ਖਾਂ, ਰਹਿਣ ਦਿਓ ਨਾ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ। ਗੁਰੂ ਦੇ ਬਚਨਾਂ ਨਾਲ ਮੈਂ ਗੁਰੂ ਦੀ ਹੱਟੀ ਤੇ ਵੇਖਿਆ, ਜਿਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਇਹਦਾ ਅਰਥ ਜ਼ਰੂਰ ਕਰ ਲਈਏ। ਕਾਹਦਾ ਮੈਂ ਤੇਰਾ ਗੁਲਾਮ ਹੋਇਆ? ਮੈਨੂੰ ਤੇ ਚਾਹੀਦਾ ਸੀ ਕਿ ਤੇਰੇ ਅੰਦਰ ਮਾਲਕ ਫੁਰਨਾ ਪੈਦਾ ਹੁੰਦਾ, ਮੈਂ ਸਮਝ ਜਾਂਦਾ। ਮੈਂ ਤਾਂ ਤੇਰੇ ਇਸ਼ਾਰੇ ਵੀ ਨਹੀਂ ਸਮਝ ਸਕਿਆ। ਦੇਖੋ ਸ਼ਬਦ ਤੇਰੇ ਲਾਲੇ ਕਿਆ, ਇੱਥੇ ਚਤੁਰਾਈ ਦਾ ਅਰਥ ਉਹ ਚਤੁਰਾਈ ਨਹੀਂ ਮਨ ਚੰਚਲਾ ਚਤੁਰਾਈ ਕਿੰਨਾ ਪਾਇਆ। ਚਤੁਰਾਈ ਦਾ ਅਰਥ ਸਿਆਣਪ। ਕੀ ਸਿਆਣਪ ਤੇਰੇ ਗੁਲਾਮ ਕੋਲ? ਮੈਨੂੰ ਤਾਂ ਤੇਰੇ ਇਸ਼ਾਰਿਆਂ ਦੀ ਸਮਝ ਨਹੀਂ ਪਈ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਮਾਂ ਲਾਲੀ ਪਿਓ ਲਾਲਾ ਮੇਰਾ, ਖਾਉ ਲਾਲੇ ਕਾ ਜਾਇਆ। ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੂੰ ਤੇਰੀ ਰਾਇਆ। ਕਮਾਲ ਕਰ ਦਿੱਤੀ ਗੁਰੂ ਨਾਨਕ ਸਾਹਿਬ ਨੇ। ਜਿਵੇਂ ਇੱਕ ਮਾਲਕ ਘਰ 'ਚ ਬੈਠਾ ਹੋਵੇ, ਤੁਸੀਂ ਦੇਖਦੇ ਹੋ ਨੌਕਰ ਹੁੰਦਾ, ਕਹਿੰਦਾ ਸਰਦਾਰ ਜੀ ਸਾਹਿਬ ਜੀ ਪਾਣੀ ਲੈ ਕੇ ਆਵਾਂ। ਉਹ ਪੁੱਛਦਾ ਸਾਹਿਬ ਜੀ ਰੋਟੀ ਦਾ ਵਕਤ ਹੋ ਗਿਆ, ਪ੍ਰਸ਼ਾਦਾ ਤਿਆਰ ਕਰਦੇ ਆ, ਗਰਮੀ ਹੈ, ਪੱਖਾਂ ਚੱਲਦੇ ਆ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਮੇਰੇ ਪਰਮਾਤਮ ਦੇਵ ਮੈਂ ਤੇਰਾ ਗੁਲਾਮ ਖਾਂ। ਜੇ ਪਿਆਸ ਲੱਗੀ ਹੈ ਨਾਨਕ ਤੇਰੇ ਲਈ ਪਾਣੀ ਲੈ ਕੇ ਆਵੇ, ਜੇ ਭੁੱਖ ਲੱਗੀ ਹੈ ਤੇ ਤਾਜ਼ਾ ਆਟਾ ਪੀ ਕੇ ਰੋਟੀ ਬਣਾਵਾਂ, ਜੇ ਗਰਮੀ ਲੱਗੀ ਹੈ ਪੱਖਾ ਝੱਲਾਂ, ਜੇ ਕਿਰਪਾ ਕਰੋ ਤੁਹਾਡੇ ਚਰਨ ਮਲ ਮਲ ਕੇ ਧੋ ਦਿਆਂ। ਇੰਨਾ ਬਖਸ਼ਿਸ਼ ਇੱਕ ਤਾਂ ਸ਼ਬਦ ਵਰਤਿਆ। ਹੁਣ ਇੱਕ ਵਾਰੀ ਕਿਸੇ ਵਿਦਵਾਨ ਨੇ ਕਟਾਕਸ਼ ਕੀਤਾ ਸੀ। ਦੇਖੋ ਜੀ ਗੁਰੂ ਗ੍ਰੰਥ ਸਾਹਿਬ ਤਾਂ ਗੁਲਾਮੀ ਸਿਖਾਉਂਦਾ। ਮੁੱਲ ਖਰੀਦੀ ਲਾਲਾ ਗੋਲਾ ਵਾਲਾ ਸ਼ਬਦ, ਮੈਂ ਸਿਰਫ ਉੱਤੇ ਇੱਕੋ ਬੇਨਤੀ ਕੀਤੀ ਸੀ, ਨਹੀਂ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਰੱਬ ਦੀ ਗੁਲਾਮੀ ਸਿਖਾ ਕੇ ਦੁਨੀਆ ਦੀ ਗੁਲਾਮੀ ਦੀਆਂ ਜੰਜੀਰਾਂ ਕੱਢਦਾ।
ਸੰਸਾਰ ਦੀ ਗੁਲਾਮੀ ਕੱਟਦਾ। ਸਤਿਗੁਰੂ ਕਹਿੰਦੇ ਨੇ ਪੀਏ ਤਾਂ ਪਾਣੀ ਆਣੀ ਮੀਰਾ। ਮੀਰਾ ਲਫ਼ਜ਼ ਇਹਦਾ ਅਰਥ ਹੈ ਪਾਤਸ਼ਾਹ, ਜਿਹਨੂੰ ਤੁਸੀਂ ਮੀਰ ਤੇ ਮੀਰੀ ਕਹਿੰਦੇ ਹੋ, ਜਾਂ ਮੀਰ ਸੁਣਿਆ ਤਾਂ ਆ, ਇਹਦਾ ਅਰਥ ਹੈ ਪਾਤਸ਼ਾਹ। ਮਹਾਰਾਜ ਕਹਿੰਦੇ ਨੇ ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਉ। ਜੇ ਭੁੱਖ ਲੱਗੇ ਆਟਾ ਤਿਆਰ ਕਰਕੇ ਲਿਆਵਾਂ, ਪੱਖਾ ਫੇਰੀ ਪਾਣੀ ਢੋਵਾਂ, ਜਪਤ ਰਹਾਂ ਤੇਰਾ ਨਾਉ। ਅਗਲੀ ਤੋਕੀ ਲੂਣ ਹਰਾਮੀ ਨਾਨਕ ਲਾਲਾ। ਮੇਰੀ ਇੱਕ ਬੇਨਤੀ ਗੁਰਮੁਖੋ, ਗੁਰੂ ਸਾਹਿਬ ਨੇ ਕਿਹਾ ਜੇ ਗੁਲਾਮ ਹੀ ਬਣਨਾ ਹੈ ਤੇ ਫਿਰ ਉਹਦਾ ਬਣ ਜਿਹੜਾ ਸਭ ਦਾ ਮਾਲਕ ਹੈ। ਲੂਣ ਹਰਾਮੀ ਨਾਨਕ ਲਾਲਾ ਬਖਸ਼ੈ ਤੁਧ ਵਡਿਆਈ। ਕਬੀਰ ਸਾਹਿਬ ਨੇ ਆਪਣੀ ਰਚਨਾ 'ਚ ਇਹਦਾ ਜ਼ਿਕਰ ਕਰਦੇ ਉਹਨਾਂ ਵੀ ਵਰਤਿਆ ਆਪਣੇ ਲਈ ਕਿ ਫੁਰਮਾਨ ਤੇਰਾ ਸਿਰਾ ਉੱਪਰ ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੈ ਤੇ ਨਿਸਤਾਰ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ, ਜੂੰ ਫੂਲ ਜਾਈ ਹੈ ਨਾਰ। ਕਹੋ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਤੇਰੀ ਮਰਜ਼ੀ ਮੈਂ ਅਰਜ਼ ਕੀਤੀ, ਬੰਦੇ ਦੀ ਗੁਲਾਮੀ ਛੁਡਾ ਕੇ ਗੁਰਦੇਵ ਨੇ ਰੱਬ ਦਾ ਗੁਲਾਮ ਬਣਾਇਆ। ਉਸ ਤੋਂ ਅਗਲੀ ਬੇਨਤੀ, ਚਾਕਰੀ ਦੀ ਅਸੀਂ ਗੱਲ ਕਰਨੇ ਆ। ਮਾਲਕ ਨੇ ਨੌਕਰ ਵੀ ਪਰਮਾਤਮਾ ਦਾਸ ਨੂੰ ਬਣਾਇਆ। ਜਿਸ ਵਿੱਚ ਅਸੀਂ ਇਹ ਸ਼ਬਦ ਪੜ੍ਹਨੇ ਆ ਕਿ ਚਾਕਰ ਲੱਗੇ ਚਾਕਰੀ ਪਰਮਾਤਮਾ ਦਾ, ਜੇ ਚੱਲੈ ਖਸਮੈ ਭਾਏ, ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ। ਕਿਦਾ ਚਾਕਰ? ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਮਹਾਰਾਜ ਨੇ ਸ਼ਬਦ ਵਰਤਿਆ, ਇਸੇ ਨੂੰ ਕਿਹਾ ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ। ਤੂੰ ਚਾਕਰੀ ਕਰਨੀ ਹੈ ਪਰਮਾਤਮਾ ਦੀ ਕਰ। ਮੈਂ ਸਿਰਫ ਇੱਕ ਬੇਨਤੀ ਅੱਜ ਆਰੰਭਤਾ 'ਚ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸੇ ਬਾਦਸ਼ਾਹ ਦੀ ਹਕੂਮਤ ਦੀ ਥਾਂ ਪਾਤਸ਼ਾਹ ਦੀ ਹਕੂਮਤ ਨੂੰ ਸਵੀਕਾਰਦੀ ਹੈ। ਇਹੀ ਕਾਰਨ ਕਿ ਬਾਦਸ਼ਾਹ ਦਾ ਹੁਕਮ ਧਰਾਤਲ ਦੀ ਦਾਇਰੇ 'ਚ ਰਹਿੰਦਾ ਹੈ, ਇਹਦੀਆਂ ਹੱਦਾਂ ਤੇ ਸਰਹੱਦਾਂ ਨੇ। ਪਰ ਸੱਚ ਇਹ ਪਰਮਾਤਮਾ ਦਾ ਹੁਕਮ ਕਿਸੇ ਹੱਦ 'ਚ ਨਹੀਂ ਬੰਨਿਆ ਜਾ ਸਕਦਾ। ਪਰਮਾਤਮਾ ਦੇ ਹੁਕਮ ਨੂੰ ਕਿਸੇ ਸਰਹੱਦ 'ਚ ਨਹੀਂ ਬੰਨਿਆ ਜਾ ਸਕਦਾ। ਆਓ ਇਸ ਸ਼ਬਦ ਦੀ ਵਿਚਾਰ ਵੱਲ ਆਵਾਂ, ਸ਼ੁਰੂ ਕਰਾਂ। ਹਜ਼ੂਰ ਨੇ ਸ਼ਬਦ ਵਰਤੇ, ਇਹ ਸ਼ਬਦ ਵਿੱਚ ਆਪਾ ਵਿਰੋਧੀ ਬਾਤਾਂ ਨੇ। ਇਹਦੇ ਵਿੱਚ ਆਪਾ ਵਿਰੋਧੀ ਬਾਤਾਂ ਨੇ, ਦੋ ਗੱਲਾਂ ਨੇ। ਇਸ ਸ਼ਬਦ ਨੂੰ ਧਿਆਨ ਨਾਲ ਸੁਣਿਓ। ਇੱਕ ਹੈ ਬਾਹਰ ਦਾ ਜੀਵਨ, ਇੱਕ ਹੈ ਅੰਦਰ ਦਾ ਜੀਵਨ। ਬਾਹਰੋਂ ਗੁਲਾਮੀ ਹੈ, ਅੰਦਰ ਬਹਿ ਕੇ ਲਚਾਰਗੀ। ਧਿਆਨ ਨਾਲ ਸੁਣੋ। ਬਾਹਰੋਂ ਹਕੂਮਤ ਦਾ ਡਰ ਹੈ, ਅੰਦਰੋਂ ਆਪਣੇ ਧਰਮ ਨੂੰ ਡਰਦਾ ਪਾਲਦਾ ਹੈ। ਆਪਾ ਵਿਰੋਧੀ ਕਿਵੇਂ ਬਚਨ ਨੇ? ਆਪਾ ਵਿਰੋਧੀ ਦਾ ਅਰਥ ਹੈ ਕਿ ਗਊ ਬ੍ਰਾਹਮਣ ਕਉ ਕਰ ਲਾਵੋ। ਸੁਣੋ, ਅਰਥ ਅਸੀਂ ਫਿਰ ਡਿਟੇਲ ਨਾਲ ਦੇ ਕਰਾਂਗੇ। ਬਾਹਰ ਮੁਖੀ ਹਕੂਮਤ ਨੇ ਕਿਹਾ ਵੀ ਗਾਂ ਦੇ ਉੱਪਰ ਟੈਕਸ ਲਾਣਾ ਹੈ, ਬ੍ਰਾਹਮਣ ਉੱਤੇ ਵੀ ਟੈਕਸ ਲਾਣਾ ਹੈ। ਤੇ ਇੱਥੇ ਸ਼ਬਦ ਪਲੀਜ਼ ਨਾ ਬਾਹਮਣ ਬੋਲਣਾ ਨਾ ਬ੍ਰਾਹਮਣ ਬੋਲਣਾ। ਇੱਥੇ ਬੱਬੇ ਨੂੰ ਸਿਹਾਰੀ ਲੱਗੀ ਹੈ, ਬ੍ਰਾਹਮਣ। ਹਾ ਸਾਇਲੈਂਟ ਨਹੀਂ, ਹਾ ਬੋਲਣਾ। ਗਊ ਬ੍ਰਾਹਮਣ, ਮਹਾਰਾਜ ਸੱਚੇ ਪਾਤਸ਼ਾਹ ਤੇ ਨੰਨਾ ਨਹੀਂ ਬੋਲਣਾ, ਨਾਣਾ ਬੋਲਣਾ। ਗਊ ਬ੍ਰਾਹਮਣ ਕਉ, ਇੱਥੇ ਕੋ ਲਫ਼ਜ਼ ਨਹੀਂ ਬੋਲਣਾ। ਵਾਹਿਗੁਰੂ ਜੀ, ਮੈਂ ਕਲਾਸ ਨਹੀਂ ਲਾ ਰਿਹਾ, ਪਰ ਮੇਰੀ ਇੱਛਾ ਵੀ ਘੱਟੋ ਘੱਟ ਇਹ ਬਾਣੀ ਨੂੰ ਤਾਂ ਧਿਆਨ ਨਾਲ ਪੜ੍ਹੀਏ ਜਿਹੜੀ ਰੋਜ਼ ਪੜ੍ਹੀ ਜਾਂਦੀ। ਮੈਂ ਬੰਗਲਾ ਸਾਹਿਬ ਵੀ ਪਰਸੋਂ ਸ਼ਾਇਦ ਬੇਨਤੀ ਕਰਕੇ ਆਇਆ, ਉਹ ਗੁਰੂ ਕੇ ਸਿੱਖੋ, ਬਾਣੀ ਵੱਧ ਤੋਂ ਵੱਧ ਕੰਠ ਕਰੋ। ਅਸੀਂ ਕੀਰਤਨ ਕਥਾ ਕਰਨ ਵਾਲੇ, ਮੈਂ ਤੁਹਾਡੀ ਗੱਲ ਨਹੀਂ ਕਰਦਾ, ਮੈਂ ਸੋਚਣਾ ਇੱਕ ਮਜ਼ਦੂਰ 8 ਘੰਟੇ ਜੌਬ ਕਰਦਾ ਹੈ। ਅਸੀਂ ਘੰਟਾ ਸਵੇਰੇ ਲਾਉਂਦੇ ਹਾਂ, ਘੰਟਾ ਸ਼ਾਮ ਨੂੰ ਲਾਉਂਦੇ ਹਾਂ, ਸਾਰਾ ਦਿਨ ਸੰਗਤ ਚੁੱਕੀ ਫਿਰਦੀ। ਉਹ ਭਲਿਓ ਘੱਟੋ ਘੱਟ ਨੌਕਰੀ ਜਾਣ ਕੇ ਕਰ ਲਓ, 8 ਘੰਟਿਆਂ ਵਿੱਚੋਂ ਕਿਤੇ 1 ਘੰਟੇ ਹੀ ਸ਼ਬਦ ਕੰਠ ਕਰਨ ਵਾਸਤੇ ਦੇ ਦਿਓ। ਕਿੰਨੀ ਬਾਣੀ ਜ਼ਬਾਨੀ ਕੰਠ ਹੋ ਜਾਏਗੀ। ਫਿਰ ਦੇਖੋ ਅੱਜ ਇਹ ਦੁਖਾਂ ਤੇ ਸਾਡਾ ਚਿੱਟ ਰੱਖ ਲੈਣੀ, ਫੋਨ ਆ ਗਏ ਨੇ, ਉੱਥੋਂ ਸ਼ੁਰੂ ਕਰ ਦੇਣਾ। ਇਹਨੂੰ ਮਹਿਸੂਸ ਨਾ ਕੋਈ ਕਰਿਓ। ਦੇਖੋ ਜਦੋਂ ਸ਼ਬਦ ਵਾਰ-ਵਾਰ ਜ਼ਬਾਨ ਤੋਂ ਬੋਲੋਗੇ ਨਾ, ਕੰਠ ਕੀਤਾ ਹੋਇਆ ਸ਼ਬਦ ਬੋਡੀ ਉੱਤੇ ਅਸਰ ਕਰਨ ਲੱਗ ਪੈਂਦਾ ਹੈ। ਇਹ ਹਜ਼ੂਰ ਸਾਹਿਬ ਮੈਂ ਅਰਜ਼ ਕੀਤੀ ਸੀ, ਰਟਨ ਕੀ ਹੈ। ਇੱਕ ਪੱਥਰ ਉੱਤੇ, ਉਰਸੇ ਉੱਤੇ ਲਗਾਤਾਰ ਚੰਦਨ ਰਗੜੀ ਜਾਏ, ਕੋਈ ਲਗਾਤਾਰ ਰਗੜੇ, ਉਸ ਪੱਥਰ ਵਿੱਚੋਂ ਚੰਦਨ ਦੀ ਸੁਗੰਧੀ ਆਉਂਦੀ ਏ।
ਉਹ ਗੁਰਮੁਖੋ ਜਿਸ ਮੂੰਹ ਵਿੱਚੋਂ ਸੈਂਕੜੇ ਵਾਰੀ ਸ਼ਬਦ ਰਟਨ ਕੀਤਾ ਜਾਏਗਾ, ਉਹਦੇ ਮੂੰਹ ਵਿੱਚੋਂ ਗੁਰੂ ਨਾਨਕ ਦੀ ਬਖਸ਼ਿਸ਼ ਦੀ ਸੁਗੰਧੀ ਆਉਣ ਲੱਗ ਪਵੇਗੀ। ਜੇ ਅਸੀਂ ਉਸ ਸ਼ਬਦ ਨੂੰ ਵਾਰ-ਵਾਰ ਚੇਤੇ ਕਰੀਏ। ਮੈਂ ਇੱਥੋਂ ਤੱਕ ਦੇਖਿਆ ਜੀ, ਇਤਿਹਾਸ 'ਚ ਮੈਂ ਪੜ੍ਹਿਆ, ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਜ਼ਿਕਰ ਕੀਤਾ ਕਿ ਇੱਕ ਅਨਪੜ੍ਹ ਬੀਬੀ, ਭਾਈ ਸਾਹਿਬ ਰੋਜ਼ ਘਰ ਜਾਂਦੇ ਸਨ ਪ੍ਰਸ਼ਾਦਾ ਛਕਣ, ਉਹ ਇੱਕੋ ਗੱਲ ਕਹਿੰਦੀ ਸੀ, ਬਾਬਾ ਜੀ ਇੱਕ ਤੁਕ ਮੈਨੂੰ ਸੁਣਾ ਜਾਓ। ਇੱਕ ਤੁਕ ਨਾਲ ਪੂਰਾ ਜਪਜੀ ਸਾਹਿਬ, ਪੂਰਾ ਸੁਖਮਨੀ ਸਾਹਿਬ ਜ਼ਬਾਨੀ ਕੰਠ ਕਰ ਗਈ, ਇੱਕ ਤੁਕ ਨਾਲ। ਖੈਰ ਮੈਂ ਪ੍ਰਕਰਮ ਤੋਂ ਦੂਰ ਜਾ ਕੇ ਨਹੀਂ, ਇਸ ਕਰਕੇ ਵੀ ਸਾਨੂੰ ਉਚਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇੱਥੇ ਸ਼ਬਦ ਕੋ ਨਹੀਂ, ਕਉ, ਇੱਥੇ ਥੱਲੇ ਊੜਾ, ਅੱਗੇ ਜਿਹੜਾ ਹੈ ਦੇਖੋ ਉਹ ਬੰਦ ਹੈ, ਥੱਲੇ ਔਂਕੜ ਲੱਗਾ। ਗਊ, ਬ੍ਰਾਹਮਣ, ਕਉ, ਕਰ, ਲਾਵੋ, ਲਾਵੋ ਨਹੀਂ। ਆਪ ਪੜੋਗੇ ਇੱਥੇ ਸ਼ਬਦ ਹੈ ਲਾਵੋ, ਇੱਥੇ ਲੱਲੇ ਕੰਨਾ ਵਾਵਾ ਹਾਏ ਔਂਕੜ ਲਾਵੋ। ਇਹਦਾ ਅਰਥ ਤੁਸੀਂ ਲਾਂਦੇ ਹੋ। ਇਹਦਾ ਭਾਵ ਇਹ ਵੀ ਸੰਬੋਧਕੀ ਪਦਾਖ ਹੈ ਕਿ ਹੇ ਖੱਤਰੀ ਵੀਰ, ਤੂੰ ਹਕੂਮਤ ਦਾ ਨੌਕਰ ਹੈ। ਇੱਕ ਬ੍ਰਾਹਮਣ ਦਰਿਆ ਤੋਂ ਪਾਰ ਕਰਨ ਆਇਆ, ਗਾਂ ਨੂੰ ਆਪਣੇ ਆਪ ਨੂੰ ਪਾਰ ਕਰਨ ਆਇਆ, ਤੇ ਤੂੰ ਗਾਂ ਉੱਤੇ ਵੀ ਟੈਕਸ ਲਾ ਰਿਹਾ ਹੈ, ਤੇ ਸੱਚ ਇਹ ਵੇ ਤੂੰ ਬ੍ਰਾਹਮਣ ਉੱਪਰ ਵੀ ਟੈਕਸ ਲਾ ਰਿਹਾ। ਗਊ, ਬ੍ਰਾਹਮਣ, ਕਉ, ਕਰ, ਲਾਵੋ, ਗੋਬਰ, ਮਹਾਰਾਜ ਕਹਿੰਦੇ ਤਰਨ, ਇੱਥੇ ਚੇਤੇ ਰੱਖੋ ਨਾਣਾ ਬੋਲਣਾ, ਨੰਨਾ ਨਹੀਂ ਬੋਲਣਾ। ਗੋਬਰ, ਤਰਨ, ਨਾ ਜਾਈ। ਜੇ ਤੂੰ ਗਾਂ ਦਾ ਗੋਇਆ ਚੁੱਕ ਕੇ ਚੌਂਕਾ ਬਣਾ ਰਿਹਾ ਹੈ, ਕਿਉਂਕਿ ਪਹਿਲੇ ਅਰਥ ਹੋ ਜਾਣਗੇ, ਅਗਲੀ ਤੱਤ ਗੱਲ ਜਿਹੜੀ ਉਹ ਮਹਾਰਾਜ ਖੀਰ ਤੇ ਕਰਨਗੇ ਵੀ ਨਾਮ ਲਿਆ ਜਾਏ ਤਰਨ ਦਾ, ਗੋਬਰ ਤਰਨ ਨਾ ਜਾਏ। ਗਊ, ਬ੍ਰਾਹਮਣ, ਕਉ, ਕਰ, ਲਾਵੋ, ਗੋਬਰ, ਤਰਨ ਨਾ ਜਾਈ। ਇਹਦਾ ਅਰਥ ਜਿਹਨੂੰ ਟੈਕਸ ਲਾ ਕੇ ਜਿਹਦੇ ਗੋਏ ਨਾਲ ਚੌਂਕਾ ਲਿਪ ਰਿਹਾ, ਇਹਦੇ ਗੋਏ ਨੇ ਤੈਨੂੰ ਭਵ ਸਾਗਰ ਤੋਂ ਤਾਰ ਨਹੀਂ ਦੇਣਾ। ਗੋਬਰ ਤਰਨ ਨਾ ਜਾਈ, ਗੋਏ ਨੇ, ਮੈਂ ਤਾਂ ਕਿਹਾ ਸੀ ਰਾਰੇ ਨੂੰ ਸਿਹਾਰੀ ਲੱਗੀ ਹੈ, ਗੋਬਰ ਨੇ, ਗੋਏ ਨੇ। ਗੋਬਰ ਤਰਨ ਨਾ ਜਾਈ, ਇਹਦਾ ਅਰਥ ਇਹ ਨਹੀਂ ਕਰਨਾ ਵੀ ਗੋਇਆ ਨਹੀਂ ਤਰਨਾ, ਉਹ ਸਿਹਾਰੀ ਅਰਥ ਕਰ ਰਹੀ ਹੈ ਕਿ ਗੋਬਰ ਤਰਨ ਨਾ ਜਾਈ। ਉਸ ਗਊ ਦੇ ਗੋਬਰ ਨੇ ਤੈਨੂੰ ਪਾਰ ਕਰ ਦੇਣ। ਤੇ ਮੇਰਾ ਖਿਆਲ ਕਿ ਸਾਡੇ 'ਚ ਵੀ ਇਹ ਕਰਦੇ ਹੋਣਗੇ ਜੇ। ਮਹਾਰਾਜ ਕਹਿੰਦੇ ਨਹੀਂ, ਗਊ, ਬ੍ਰਾਹਮਣ, ਕਉ, ਕਰ, ਲਾਵੋ, ਗੋਬਰ ਤਰਨ ਨਾ ਜਾਈ। ਧੋਤੀ, ਟਿੱਕਾ, ਅਗਲਾ ਸ਼ਬਦ ਹੈ ਤੈ, ਤੈ ਨਹੀਂ ਪੜ੍ਹਨਾ। ਬੇਨਤੀ ਜੇ ਬਿੰਦੀ ਲਾ ਕੇ ਪੜਾਂਗੇ ਅਨਰਥ ਹੋ ਜਾਣਗੇ। ਤੈ ਦਾ ਅਰਥ ਸੰਬੋਧਕੀ ਪਦਾ ਹੋ ਜਾਏਗਾ ਤੂੰ, ਤੇ ਤੈ ਦਾ ਅਰਥ ਹੈ ਅਤੇ। ਧੋਤੀ, ਤੂੰ ਧੋਤੀ ਵੀ ਕੀਮਤੀ ਪਾਈ ਹੈ, ਦੋ ਧੋਤੀਆਂ ਨਾ ਰੱਖਣ। ਧੋਤੀ, ਟਿੱਕਾ, ਆਪਣੇ ਮਸਤਕ ਤੇ ਤੂੰ ਟਿੱਕਾ ਲਾਇਆ ਹੈ। ਤੈ, ਤੈ ਦਾ ਅਰਥ ਹੈ ਅਤੇ। ਧੋਤੀ, ਟਿੱਕਾ, ਤੈ, ਜਪ ਮਾਲੀ, ਤੂੰ ਆਪਣੇ ਹੱਥ 'ਚ ਉਹ ਮਾਲਾ ਵੀ ਪਕੜੀਏ ਜਿਹਦੇ ਨਾਲ ਜਪ ਕਰਨਾ ਹੈ। ਉਹਦੇ ਨਾਲ ਰਾਮ ਨਾਮ ਵੀ ਜਪਦਾ, ਖਰੇ ਰਾਮਾ ਵੀ ਕਹਿੰਦਾ। ਤੇ ਯਾਦ ਰੱਖਿਓ ਇਹ ਕੱਲਾ ਬ੍ਰਾਹਮਣ ਲਈ ਨਹੀਂ, ਟੁਕਾਣਾ ਆਪਣੇ ਲਈ ਵੀ ਟੁਕਾਣਾ ਹੈ। ਸੱਚ ਹੈ ਵੇ, ਤੂੰ ਬਾਕੀ ਸਾਰੀ ਮਰਿਆਦਾ ਪਾਲਣਾ ਪਏ, ਮੈਨੂੰ ਬਖਸ਼ ਦਿਆ ਜੇ। ਕਿਰਪਾਨ ਨਹਾਉਣ ਲੱਗਿਆ ਵੱਖਰੀ ਏ, ਸਿਰ ਵਾਲੀ ਵੱਖਰੀ ਏ, ਕੰਗਾ ਉੱਤੇ। ਬੜਾ ਮੁਸ਼ਕਲ ਹੈ ਸੁਣਨਾ ਇਸ ਗੱਲ ਨੂੰ। ਅਸੀਂ ਦੂਜੇ ਨੂੰ ਬੜੇ ਛੇਤੀ ਕਹਿ ਦਿਆਂਗੇ। ਕੜਾ ਮੈਂ ਵੀ ਪਛਾਇਆ, ਕਸ਼ਹਿਰੇ ਮੈਂ ਵੀ ਤਿੰਨ ਨਾਲ ਲੈ ਕੇ ਤੁਰਨਾ ਜਿੱਥੇ ਜਾਣਾ। ਤੇ ਸੱਚਾ ਪਾਤਸ਼ਾਹ ਕਹਿੰਦਾ ਹੈ ਬਾਹਰ ਦੇ ਚਿੰਨ੍ਹ ਤਾਂ ਸਵੀਕਾਰ ਨੇ ਜੇ ਅੰਦਰ ਰੂਹਾਨੀਅਤ ਜੁੜ ਜਾਏ। ਜੇ ਤੇਰੇ ਪੱਲੇ ਨਾਮ ਨਹੀਂ ਤੇ ਚੇਤੇ ਰੱਖੀ, ਜੇ ਧੋਤੀ ਟਿੱਕੇ ਨੇ ਪਾਰ ਨਹੀਂ ਕਰਨਾ, ਜੇ ਸੁਨਤ ਨੇ ਪਾਰ ਨਹੀਂ ਕਰਨਾ, ਜੇ ਮੁੰਦਰਾ ਨੇ ਪਾਰ ਨਹੀਂ ਕਰਨਾ, ਜੇ ਤੇਰੇ ਕੋਲ ਸਿਮਰਨ ਤੇ ਰਹਿਤ ਕੋ ਨਹੀਂ, ਤੇ ਬਾਹਰ ਦੇ ਚਿੰਨ੍ਹਾਂ ਨੇ ਵੀ ਤੈਨੂੰ ਪਾਰ ਨਹੀਂ ਕਰਨਾ। ਤਾਂ ਹੀ ਬਾਬਾ ਜੀ ਨੇ ਕਿਹਾ ਰਹਿਤ ਪਿਆਰੀ ਮੁਝ ਕੋ, ਸਟਰਕਚਰ ਨਹੀਂ ਮੈਨੂੰ ਪਿਆਰਾ, ਮੈਂ ਤੇਰੇ ਢਾਂਚੇ ਨੂੰ ਕੇਵਲ ਚਾਹੁੰਦਾ। ਤੇ ਖਿਮਾ ਕਰਿਓ ਜੇ ਢਾਂਚੇ ਤੇ ਸਟਰਕਚਰ ਤੇ ਜ਼ੋਰ ਦਿੱਤਾ ਜਾ ਰਿਹਾ, ਰਹਿਤ ਵਾਲਾ ਪਾਸਾ ਤਾਂ ਪਾਸੇ ਰਹਿ ਗਿਆ। ਸਿਮਰਨ ਵਾਲੀ ਕਹਾਣੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਸੱਜਣੋ ਕਿ ਧੋਤੀ, ਟਿੱਕਾ, ਤੈ, ਜਪ ਮਾਲੀ। ਤੇ ਅਗਲਾ ਸ਼ਬਦ ਕੀ ਹੈ ਜੀ? ਧਾਨ। ਸਾਡੇ ਪੰਜਾਬ ਵਿੱਚ ਧਾਨ, ਝੋਨਾ, ਮੇਰਾ ਖਿਆਲ ਝੋਨਾ ਲਫ਼ਜ਼ ਵੀ ਘੱਟ ਪਤਾ ਹੋਣਾ, ਜੀਰੀ, ਮੁੰਜੀ, ਚਾਵਲ ਕਹਿ ਲਓ, ਚੌਲ ਕਹਿ ਲਓ। ਇੱਥੇ ਧਾਨ ਦਾ ਅਰਥ ਝੋਨਾ ਨਹੀਂ, ਧਾਨ ਦਾ ਅਰਥ ਚਾਵਲ ਨਹੀਂ, ਇੱਥੇ ਧਾਨ ਦਾ ਅਰਥ ਹੈ ਪਦਾਰਥ, ਛਕਣ ਵਾਲੀ ਚੀਜ਼।
ਧੋਤੀ ਟਿੱਕਾ ਤੈ ਜਪ ਮਾਲੀ। ਸੁਣੋ, ਦੋ ਆਪਾ ਵਿਰੋਧੀ ਕਿਵੇਂ ਆ ਗਏ? ਗਊ ਬ੍ਰਾਹਮਣ ਕੋ ਕਰ ਲਾਵੋ, ਗਾਂ ਤੇ ਬ੍ਰਾਹਮਣ ਨੂੰ ਟੈਕਸ ਲਾ ਦਿੱਤਾ, ਤੇ ਦੂਜੇ ਪਾਸੇ ਗੋਬਰ ਤਰਨ ਜਾਈ, ਗੋਹੇ ਨੂੰ ਸਾਂਭ ਕੇ ਰੱਖ ਲਿਆ। ਆਪਾ ਵਿਰੋਧੀ ਹੋ ਗਿਆ ਨਾ। ਕੈਸੇ ਕਮਾਲ ਦੀ ਮਹਾਰਾਜ ਨੇ ਬੰਤਰ ਦਿੱਤੀ ਇਹਨਾਂ ਸ਼ਬਦਾਂ 'ਚ। ਗਾਂ ਤੇ ਬ੍ਰਾਹਮਣ ਵਿਚਾਰੇ ਪੈਸੇ ਦਿੰਦੇ ਪਏ ਨੇ, ਤੇ ਗੋਹਾ ਜਿਹੜਾ ਮੁਕਤੀ ਦਾ ਸਾਧਨ ਬਣ ਗਿਆ। ਮਹਾਰਾਜ ਕਹਿੰਦੇ ਨੇ ਗਊ ਬ੍ਰਾਹਮਣ ਕੋ ਕਰ ਲਾਵੋ, ਇੱਕ ਪੱਖ ਤੇਰਾ ਆਏ ਬਾਹਰ ਦਾ, ਗੋਬਰ ਤਰਨ ਨਾ ਜਾਈ, ਤੇ ਹਕੂਮਤ ਤੋਂ ਡਰਦਾ ਗੋਹਾ ਟੋਕਰੀ ਸਾਂਭ ਕੇ ਰੱਖ ਲਿਆ, ਘਰ ਲਿਜਾਵਾਂਗਾ ਤੇ ਚੌਂਕਾ ਤੇ ਪੋਚਾ ਫੇਰਾਂਗਾ। ਮਹਾਰਾਜ ਕਹਿੰਦੇ ਇਹ ਅੰਦਰ ਵਾਲਾ ਕੰਮ ਦੋ ਹੋ ਗਏ। ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ। ਧੋਤੀ ਵੀ, ਟਿੱਕਾ ਵੀ ਤੇ ਮਾਲਾ ਵੀ, ਜਪ ਮਾਲੀ। ਤੇ ਅਗਾਂਹ ਕੀ ਜੀ? ਧਾਨ ਮਲੇਸ਼ਾਂ ਖਾਈ। ਧਨ ਦਾ ਅਰਥ ਹੈ ਪਦਾਰਥ, ਤੇ ਪਦਾਰਥ ਉਹਨਾਂ ਦੇ ਹੱਥਾਂ 'ਚੋਂ ਖਾਣਾ ਪਿਆ ਜਿਨ੍ਹਾਂ ਨੂੰ ਮਲੇਸ਼ ਕਹਿਣਾ ਪਿਆ ਹੈ। ਵੈਸੇ ਮਲੇਸ਼ ਲਫ਼ਜ਼ ਜਿਹੜਾ ਨਾ, ਇਹਦੇ ਬਾਰੇ ਟੀਕਾਕਾਰਾਂ ਨੇ ਕਿਹਾ ਪਹਿਲਾਂ ਸ਼ੁਰੂ ਹੈ ਜਿਹੜਾ ਵੇਦ ਨੂੰ ਨਹੀਂ ਮੰਨਦਾ, ਸਨਾਤਨ ਮਤ ਨੂੰ ਨਹੀਂ ਮੰਨਦਾ। ਐਸਤਾ ਇਹ ਸ਼ਬਦ ਰੂੜ ਹੋ ਗਿਆ। ਇਉਂ ਕਹਿ ਲਾਂ ਬਈ ਮੁਸਲਮਾਨਾਂ ਲਈ ਵਰਤਿਆ ਜਾਣ ਲੱਗ ਪਿਆ। ਉਹਨਾਂ ਕਿਹਾ, ਸਨਾਤਨ ਨੇ ਕਿਹਾ ਮਲੇਸ਼, ਉਹਨਾਂ ਨੇ ਕਿਹਾ ਕਾਫਿਰ। ਇਸ ਤਰ੍ਹਾਂ ਹੀ ਸ਼ਬਦ ਹੋ ਗਿਆ। ਸਤਿਗੁਰੂ ਕਹਿੰਦੇ ਧੋਤੀ ਵੀ ਹੈ, ਟਿੱਕਾ ਵੀ ਹੈ ਤੇ ਮਾਲਾ ਵੀ ਹੈ। ਧਾਨ ਮਲੇਸ਼ਾ ਖਾਈ, ਤੇ ਜਿਹੜੇ ਪਦਾਰਥ ਨੇ ਰੋਟੀ ਹੈ ਉਹ ਤਾਂ ਉਹਨਾਂ ਦੀ ਤਨਖਾਹ ਦੀ ਖਾਣਾ ਪਿਆ ਜਿਨ੍ਹਾਂ ਨੂੰ ਮਲੇਸ਼ ਕਹਿਣਾ ਪਿਆ ਹੈ। ਮੈਂ ਬੇਨਤੀ ਕਰਾਂਗਾ ਇਸ ਸ਼ਲੋਕ ਨੂੰ ਅਰਥ ਮੈਂ ਕਰ ਦਿਆਂਗਾ, ਸੁਣ ਤੁਸੀਂ ਲਓਗੇ। ਸੱਚ ਇਹ ਜੇ ਇਸ ਅਰਥ ਤੇ ਸਿੱਖ ਵੀ ਕੋਈ ਮਾਈ ਕਾ ਲਾਲ ਨਹੀਂ ਟੁਕ ਰਿਹਾ ਹੋਣਾ। ਧਾਨ ਮਲੇਸ਼ਾ ਖਾਈ, ਮਲੇਸ਼ਾਂ ਦੇ ਘਰ ਦੀ ਰੋਟੀ ਖਾ ਰਹੇ। ਅੰਤਰ ਪੂਜਾ, ਅੰਦਰ ਬਹਿ ਕੇ ਸਾਲਗ੍ਰਾਮ ਦੀ ਪੂਜਾ ਕਰਦਾ, ਬਾਹਰ ਮੁਸਲਮਾਨ ਵੱਢ ਦੇਗਾ। ਘਰ 'ਚ ਹੀ ਰੱਖਿਆ ਸੰਪਟ ਵਿੱਚ ਸਾਲਗ੍ਰਾਮ, ਉਹਨੂੰ ਤਿਲਕ ਲਾ ਲੈਂਦਾ ਵਿਚਾਰਾ, ਅੰਦਰ ਖੁਸ਼ ਹੋ ਕੇ ਆ ਜਾਂਦਾ, ਬਾਹਰ ਆਉਣ ਲੱਗਿਆ ਸਭ ਕੁਝ ਪੂੰਝ ਦਿੰਦਾ। ਅੰਤਰ ਪੂਜਾ। ਤੇ ਅੱਗੇ ਮਹਾਰਾਜ ਕਹਿੰਦੇ ਨੇ ਪੜ੍ਹੇ ਕਤੇਬਾਂ। ਇੱਥੇ ਹਾਏ ਨੂੰ ਸਿਹਾਰੀ ਬੋਲਣੀ, ਪੜ੍ਹੇ ਪੜ੍ਹਦੇ ਹਨ। ਕਤੇਬਾਂ ਦਾ ਅਰਥ ਹੈ ਇਸਲਾਮੀ ਮਤ ਦੀਆਂ ਕਿਤਾਬਾਂ, ਫਾਰਸੀ ਅਰਬੀ, ਉਹ ਭਾਸ਼ਾ ਪੜ੍ਹ ਰਹੇ ਨੇ। ਅੰਦਰ ਬਹਿ ਕੇ ਪੂਜਾ ਕਰ ਰਿਹਾ, ਓਮ ਭੂਰਭੁਵ ਸਵਾ ਸ਼ਬਦ ਗਾਇਤਰੀ ਮੰਤਰ ਜਪ ਰਿਹਾ ਵਿਚਾਰਾ। ਅੰਦਰ ਬਹਿ ਕੇ ਸਾਲਗ੍ਰਾਮ ਨੂੰ ਪੂਜ ਰਿਹਾ ਹੈ, ਬਾਹਰ ਜਾਂਦਿਆਂ ਸਾਰੇ ਟਿੱਕੇ ਲਾ ਕੇ ਤੇ ਪੜ੍ਹੇ ਕਤੇਬਾਂ, ਉਹਨਾਂ ਦੀਆਂ ਇਸਲਾਮੀ ਮਤ ਦੀਆਂ ਕਿਤਾਬਾਂ ਪੜ੍ਹ ਰਿਹਾ ਹੈ, ਤੇ ਨਾਲੇ ਖਾਂ ਛਾਂ ਬੁਲਾਉਂਦਾ ਪਿਆ ਕੁਰਾਨ ਵਿੱਚ ਕਿਆ ਬਾਤ ਹੈ। ਮੈਂ ਇੱਕ ਬੇਨਤੀ ਕਰਾਂਗਾ, ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਕੁਰਾਨ ਦੀ ਕੋਈ ਅਪਮਾਨ ਕਰ ਰਹੇ ਨੇ। ਇਹਦਾ ਮਤਲਬ ਹੈ ਤੂੰ ਦੋਗਲੀ ਜ਼ਿੰਦਗੀ ਜੀ ਰਿਹਾ, ਤੂੰ ਦੁਬਦਾ 'ਚ ਹੈ ਕਿ ਇੱਕ ਪਾਸੇ ਤੂੰ ਅੰਦਰ ਕੁਝ ਕਰ ਰਿਹਾ, ਬਾਹਰ ਕੁਝ ਕਰ ਰਿਹਾ। ਅੰਤਰ ਪੂਜਾ ਪੜ੍ਹੇ ਕਤੇਬਾਂ। ਅਗਲਾ ਬੱਚੇ ਨੇ ਸੰਯਮ ਤੁਰਕਾਂ ਭਾਈ। ਇੱਥੇ ਸੰਯਮ ਦਾ ਅਰਥ ਹੈ ਜੀਵਨ ਜੀਣ ਦੀ ਕਿਰਿਆ। ਇੱਥੇ ਸੰਯਮ ਦਾ ਅਰਥ ਰੋਕਣਾ ਨਹੀਂ। ਤੇਰੇ ਜੀਵਨ ਜੀਣ ਦਾ ਢੰਗ ਜਿਹੜਾ ਹੈ ਉਹ ਤੁਰਕਾਂ ਵਾਲਾ ਹੈ। ਮਹਾਰਾਜ ਕਹਿੰਦੇ ਤੂੰ ਤੁਰਕਾਂ ਦੇ ਅੱਗੇ ਫਿਰ ਸਤਿਗੁਰੂ ਦੱਸਣਗੇ ਵੀ ਤੁਰਕਾਂ ਵਾਲਾ ਕਿਵੇਂ। ਮਲੇਸ਼ ਧਾਨ ਲੈ ਪੂਜੈ ਪੁਰਾਣ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਉਹ ਸੰਯਮ ਤੁਰਕਾਂ ਵਾਲਾ ਅਗਲੇ ਸ਼ਲੋਕ 'ਚ ਆਏਗਾ। ਅੰਤਰ ਪੂਜਾ ਪੜ੍ਹੇ ਕਤੇਬਾ, ਸੰਯਮ ਤੁਰਕਾਂ ਭਾਈ। ਬਾਹਰ ਤੂੰ ਉਹਨਾਂ ਦੀ ਮਰਿਆਦਾ ਰੱਖ ਰਿਹਾ। ਤੇ ਮਹਾਰਾਜ ਕਹਿੰਦੇ ਨੇ ਇੱਕ ਕੰਮ ਕਰ ਓਏ, ਜ਼ਿੰਦਗੀ ਬੜੀ ਮੁਸ਼ਕਲ ਨਾਲ ਮਿਲਦੀ, ਛੋਡੀ ਲੈ ਪਾਖੰਡਾ। ਇੱਥੇ ਮੈਂ ਬੇਨਤੀ ਕਰਾਂਗਾ, ਪੱਪੇ ਨੂੰ ਕੰਨਾ ਲੱਗਾ ਬੋਲਣਾ ਪਾਖੰਡਾ। ਛੋਡੀ ਲੈ, ਪਾਠ ਭਾਵੇਂ ਇਕੱਠਾ ਹੈ, ਥੋੜਾ ਜਿਹਾ ਲੈ ਲਮਕਾ ਕੇ ਕਰਾਂਗੇ ਅਰਥ ਸੌਖੇ ਹੋ ਜਾਣਗੇ। ਛੋਡੀ ਲੈ ਕਹਾਂਗੇ ਨਹੀਂ, ਛੋਡੀ ਲੈ ਛੱਡ ਦੇ ਤੂੰ ਪਾਖੰਡਾ। ਆ ਪਖੰਡ ਜਿਹੜੇ ਕਰਨਾ ਪਏ ਛੱਡ ਦੇ। ਦੋ ਤਰ੍ਹਾਂ ਦੀ ਜ਼ਿੰਦਗੀ ਮਤ ਜੀ, ਗਾਂ ਨੂੰ ਟੈਕਸ ਤੇ ਗੋਬਰ ਨਾਲ ਚੌਂਕਾ ਸਾਫ, ਬਾਹਰ ਟਿੱਕਾ ਧੋਤੀ ਤੇ ਜਪ ਮਾਲੀ, ਤੇ ਅੰਦਰ ਮਹਾਰਾਜ ਕਹਿੰਦੇ ਨੇ ਧਾਨ ਮਲੇਸ਼ਾਂ ਦਾ ਖਾ ਰਹੇ। ਅੰਤਰ ਵੇਦ ਪੜ੍ਹਨਾ, ਪੁਰਾਣ ਪੜ੍ਹਨਾ, ਸਿਮਰਤੀਆਂ ਪੜ੍ਹਨਾ, ਬਾਹਰ ਤੈਨੂੰ ਵੀ ਆ ਕੇ ਕਹਿਣਾ ਪੈਂਦਾ ਕਿਤਾਬਾਂ ਵਰਗੀ ਗੱਲ ਦੁਨੀਆ 'ਚ ਕੋਈ ਨਹੀਂ, ਸਿਰਫ ਕੁਰਾਨ ਹੀ ਅੱਛੀ। ਕਿਉਂਕਿ ਇੰਨਾ ਕੁ ਜ਼ੁਲਮ ਸੀ। ਮੈਨੂੰ ਯਾਦ ਹੈ ਲਖਨਊ 'ਚ ਇੱਕ ਬ੍ਰਾਹਮਣ ਹੋਇਆ, ਉਸ ਦਾ ਨਾਮ ਸੀ ਬੋਧਨ। ਖਿਲਜੀ ਦੇ ਵੇਲੇ ਦੀ ਗੱਲ ਹੈ। ਕਹਿੰਦੇ ਨੇ ਉਹਨੇ ਸਿਰਫ ਇੰਨੀ ਪੁੱਛ ਲਿਆ ਬੋਧਨ ਬ੍ਰਾਹਮਣ ਨੂੰ, ਮੁਸਲਮਾਨ ਵੱਡਾ ਕਿ ਹਿੰਦੂ।
ਉਹਨੇ ਕਹਿ ਦਿੱਤਾ ਮੁਸਲਮਾਨ ਤਾਂ ਹੈ ਨਹੀਂ ਵੱਡੇ। ਉਹਦੇ ਲਫ਼ਜ਼ ਸਨ। ਇਹ ਮੇਰਾ ਖਿਆਲ ਇਹ ਸਿੱਖ ਦਰਸ਼ਨ ਡਾਕਟਰ ਸ਼ੇਰ ਸਿੰਘ ਉਹਨਾਂ ਦੀ ਕਿਤਾਬ ਹੈ, ਮੈਂ ਉਹਦਾ ਕਿਤਾਬ ਦਾ ਹਵਾਲਾ ਵੀ ਦੇ ਦੇਣਾ। ਉਹਨੇ ਕਿਹਾ ਮੁਸਲਮਾਨ ਤਾਂ ਹੈ ਹੀ ਚੰਗੇ ਪਰ ਹਿੰਦੂ ਵੀ ਮਾੜੇ ਨੇ। ਉਹਨੇ ਕਹਿਦਾ ਸਿਰ ਕੱਟ ਦਿਓ। ਇਹਦੀ ਜ਼ਬਾਨ 'ਚੋਂ ਇਹ ਕਿਉਂ ਨਿਕਲਿਆ ਹਿੰਦੂ ਵੀ ਮਾੜੇ ਨੇ? ਮੈਂ ਬੇਨਤੀ ਕਰਾਂ, ਜ਼ੁਲਮ ਦੀ ਹਨੇਰੀ ਚੱਲੀ ਉਸ ਵੇਲੇ ਬਾਬਾ ਜੀ ਕਹਿ ਰਹੇ ਨੇ ਕਿਉਂ ਤੂੰ ਗੁਲਾਮੀ ਜੀ ਰਿਹਾ ਹੈ? ਬਾਹਰੋਂ ਤੂੰ ਕਿਤਾਬਾਂ ਦੀ ਗੱਲ ਕਰਨਾ, ਅੰਦਰ ਤੂੰ ਕੁਰਾਨ ਪੜ੍ਹਨਾ ਹੈ। ਅੰਦਰ ਬਾਹਰ ਤੂੰ ਧਾਨ ਖਾਨਾ ਇਸਲਾਮ ਦਾ, ਤੇ ਅੰਦਰ ਤੂੰ ਧੋਤੀ ਟਿੱਕਾ ਸਭ ਕੁਝ ਪਾਈ ਬੈਠਾ। ਸਤਿਗੁਰੂ ਕਹਿੰਦੇ ਨੇ ਛੋਡੀ ਲੈ ਪਾਖੰਡਾ, ਛੱਡ ਦੇ ਇਸ ਪਖੰਡ ਨੂੰ, ਨਾਮ ਲੈ ਜਾਏ ਤਰੰਦਾ। ਤੂੰ ਤਾਂ ਤਰੇਂਗਾ ਜੇ ਪਰਮਾਤਮਾ ਦੇ ਨਾਮ ਨੂੰ ਜਪੇਂਗਾ। ਆਓ ਥੋੜਾ ਜਿਹਾ ਮੈਂ ਪਖੰਡ ਲਫ਼ਜ਼ ਸੰਬੰਧੀ ਗੱਲ ਸ਼ੁਰੂ ਕਰ ਦੇਣਾ, ਕਿਉਂਕਿ ਲੜੀ ਚੱਲਦੀ ਰਹੇਗੀ, ਇਸੇ ਤਰ੍ਹਾਂ ਸਮਝ ਪਏਗੀ ਪਖੰਡ ਲਫ਼ਜ਼ ਦੇ ਅਰਥ ਕੀ ਨੇ। ਵੈਸੇ ਪਖੰਡ ਕਈ ਸੱਜਣ ਕਹਿੰਦੇ ਨੇ ਇਹ ਪਾਸ਼ੰਡ ਸ਼ਬਦ ਤੋਂ ਬਣਿਆ ਹੈ। ਪਖੰਡ ਦਾ ਅਰਥ ਹੈ ਕਿ ਜੋ ਕੁਝ ਦਿਖਾਇਆ ਜਾਏ ਉਹ ਅੰਦਰੋਂ ਨਾ ਹੋਵੇ। ਬਸ ਸਿੱਧੇ ਜਿਹੇ ਅਰਥ ਸੌਖੇ ਰਹਿਣਗੇ। ਪਖੰਡ ਦਾ ਅਰਥ ਕਰਤੂਤ ਕੁਛ ਹੈ ਤੇ ਵਿਖਾਵਾ ਕੁਛ ਹੈ। ਪਖੰਡ ਦਾ ਅਰਥ ਆਪਣੀ ਪ੍ਰਸਿੱਧੀ ਲਈ, ਆਪਣੇ ਨਾਮ ਲਈ, ਆਪਣੇ ਢਿੱਡ ਦੀ ਖਾਤਰ ਅੰਦਰੋਂ ਧਰਮ ਕਮਾਉਣ ਨੂੰ ਤਿਆਰ ਨਹੀਂ, ਪਰ ਰੋਟੀ ਕਹਿੰਦੀ ਏ ਤੂੰ ਧਰਮ ਕਮਾਏਗਾ ਤੇ ਰੋਟੀ ਮਿਲੇਗੀ, ਅੰਦਰੋਂ ਮੰਨਣ ਨੂੰ ਤਿਆਰ ਨਹੀਂ। ਇਉਂ ਕਹਿ ਲਾਂ ਜੀ, ਬਾਬਾ ਜੀ ਨੇ ਬਾਣੀ 'ਚ ਕਿਹਾ ਜੀ, ਗੁਰੂ ਗ੍ਰੰਥ ਸਾਹਿਬ 'ਚ ਬਾਬਾ ਕਬੀਰ ਸਾਹਿਬ ਦਾ ਸ਼ਬਦ ਹੈ, ਕਹਿੰਦੇ ਨੇ ਪੁੱਤਰ ਦੀ ਲੋੜ ਹੋਵੇ ਸੁਖਮਨੀ ਸਾਹਿਬ ਪੜ੍ਹਦੇ ਨੇ। ਚੇਤੇ ਰੱਖਿਓ, ਰੱਬ ਲਈ ਨਹੀਂ, ਉਹ ਪੁੱਤਰ ਲਈ ਪੜ੍ਹਦੇ ਪਏ ਨੇ। ਕੀ ਹੈ ਭੇਖ? ਜੇ ਮੇਰਾ ਇਹ ਕੰਮ ਚੱਲ ਗਿਆ ਤੇ ਮਹਾਰਾਜ ਤੇਰੇ ਚਰਨ ਮੈਂ ਆਪਣੇ ਘਰ ਪਵਾਂਗਾ, ਨਾਲੇ ਅਖੰਡ ਪਾਠ ਸਾਹਿਬ ਕਰਾਂਗਾ, ਪੰਜਾਂ ਨੂੰ ਲੰਗਰ ਵੀ ਛਕਾਂਗਾ, ਪਾਠੀਆਂ ਨੂੰ ਕੱਪੜੇ ਵੀ ਦਿਆਂਗਾ। ਜੇ ਨਾ ਚੱਲਿਆ ਫਿਰ ਤੂੰ ਗੁਰਦੁਆਰੇ ਨਹੀਂ, ਮੈਂ ਆਪਣੇ ਘਰ ਰਵਾਂਗਾ। ਯਾਦ ਰੱਖਿਓ, ਇਹ ਧਰਮ ਨਹੀਂ। ਪਖੰਡ ਲਫ਼ਜ਼ ਕੱਲਾ ਸੀ ਹਿੰਦੂ ਲਈ, ਮੁਸਲਮਾਨ ਨਹੀਂ। ਮੈਂ ਇਸ ਕਰਕੇ ਥੋੜਾ ਜਿਹਾ ਜ਼ੋਰ ਦੇਣਾ ਚਾਹੁੰਦਾ ਇਸ ਚੀਜ਼ ਤੇ। ਪਖੰਡ ਛੱਡ ਦੇ, ਨਾਮ ਨੂੰ ਪਕੜ ਲੈ। ਤੁਸੀਂ ਦੇਖੋ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ, ਜਿੱਥੇ ਉਹਨਾਂ ਕਿਸੇ ਚੀਜ਼ ਦਾ ਖੰਡਨ ਕੀਤਾ ਨਾਲ ਦੱਸ ਦਿੱਤਾ ਆਹ ਕੰਮ ਕਰ ਲਈ, ਆਹ ਛੱਡ ਦੇ। ਇਹ ਨਹੀਂ ਕਿਹਾ ਕੱਲਾ ਛੱਡ ਦੇ। ਹੁਣ ਮੈਂ ਖੰਡਨ ਕਰਦਾ ਮੈਂ ਕਹਾਂਗਾ ਆਹ ਵੀ ਛੱਡ ਦਿਓ, ਆਹ ਵੀ ਛੱਡ ਦਿਓ, ਆਹ ਵੀ ਮਾੜਾ, ਆਹ ਵੀ ਮਾੜਾ। ਤੇ ਸੰਗਤ 'ਚ ਕਈ ਵਾਰੀ ਸੋਚਣਗੇ ਸਾਨੂੰ ਰੱਬ ਦਾ ਵਾਸਤਾ ਇਹ ਤਾਂ ਦੱਸ ਜੋ ਚੰਗਾ ਕੀ ਏ, ਇਹ ਤਾਂ ਪੱਲੇ ਪਾ ਜੋ ਚੰਗਾ ਕੀ ਏ। ਤੇ ਮੇਰੇ ਮਨ 'ਚ ਅੱਜ ਸੀ ਛੋਡੀ ਲੈ ਪਖੰਡਾ, ਪਖੰਡ ਨੂੰ ਛੱਡ ਦੇ, ਨਾਮ ਲੈ ਜਾਏ ਤਰੰਦਾ। ਪਖੰਡ ਛੱਡ ਦੇ ਪਰ ਨਾਮ ਨੂੰ ਪਕੜ ਲੈ। ਆਓ ਥੋੜਾ ਜਿਹਾ ਬਾਣੀ 'ਚ ਉਹਨੂੰ ਵੀ ਦੇਖ ਲਈਏ। ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬਚਨ ਹੈ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾ ਸ਼ਬਦ ਗੌੜੀ ਰਾਗ 'ਚ ਆਉਂਦਾ, ਗੁਰੂ ਤੇਗ ਬਹਾਦਰ ਸਾਹਿਬ ਦਾ। ਕਿਉਂ? ਸ੍ਰੀ ਰਾਗ ਮਾਝ 'ਚ ਬਾਣੀ ਨਹੀਂ ਮਹਾਰਾਜ ਜੀ ਦੀ। ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸ਼ੁਰੂ ਗੱਲ ਕਰਦੇ ਨੇ ਤਿਆਗ ਤੋਂ, ਤੇ ਜਿਹੜੇ ਪਾਠ ਕਰਨ ਵਾਲੇ ਗੁਰਸਿੱਖ ਨੇ ਸਭ ਤੋਂ ਅਖੀਰ ਤੇ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਤੇਗ ਬਹਾਦਰ ਦਾ ਸ਼ਬਦ ਹੁੰਦਾ ਪਕੜਨ ਤੋਂ। ਸ਼ੁਰੂਆਤ ਤਿਆਗ, ਅਖੀਰ ਤੇ ਪਕੜ। ਕੀ ਕਹਿਣ ਲੱਗੇ? ਮਾਨ ਨੂੰ ਤਿਆਗ ਦੇ ਤੇ ਨਾਮ ਨੂੰ ਘੁੱਟ ਕੇ ਪਕੜ ਲੈ। ਛੋਡੀ ਲੈ ਪਾਖੰਡਾ, ਇਹ ਸਤਿਗੁਰੂ ਦਾ ਬਚਨ ਹੈ। ਸਾਧੋ ਮਨ ਕਾ ਮਾਨ ਤਿਆਗੋ, ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨ ਤਿਆਗੋ ਨਾ ਜੀ। ਅਖੀਰਲਾ ਸ਼ਲੋਕ ਹੈ ਰਾਮ ਨਾਮ ਉਰ ਮੈਂ ਗਇਓ ਦਰ ਤੇ ਪਕੜ ਲਓ। ਇਹਦਾ ਅਰਥ ਹੈ ਭਲਿਓ ਹੰਕਾਰ ਨੂੰ ਤਿਆਗ ਦਿਓ, ਨਾਮ ਨੂੰ ਘੁੱਟ ਕੇ ਪਕੜ ਲਓ, ਤੁਹਾਡਾ ਪਾਰ ਉਤਾਰਾ ਹੋ ਜਾਏ। ਕੱਲਾ ਇਹ ਨਹੀਂ ਕਿਹਾ ਤਿਆਗ, ਕਿਉਂਕਿ ਕੱਲਾ ਹੰਕਾਰ ਬੰਦਾ ਤਿਆਗ ਹੀ ਨਹੀਂ ਸਕਦਾ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਇਹ ਮਨ ਕੁਝ ਭਾਲਦਾ ਹੈ। ਦੇਖੋ ਬਾਬਾ ਫਰੀਦ ਚੱਲੇ, ਕੋਈ ਸ਼ੱਕ ਨਹੀਂ, ਉਹਨਾਂ ਦੀ ਮਾਂ ਨੇ ਤੋਰਿਆ। ਸਾਰੇ ਅਸੀਂ ਪੜ੍ਹਨੇ ਆ ਵੀ ਸ਼ੱਕਰ ਦੀ ਗੱਲ ਕੀਤੀ, ਇਹ 'ਚ ਕੋਈ ਸ਼ੱਕ ਨਹੀਂ, ਸ਼ੱਕਰ ਗੰਜ ਉਹਨਾਂ ਨਾਮ। ਪਰ ਉਦਨ ਸ਼ੱਕਰ ਛੁੱਟ ਗਈ ਜਿੱਦਨ ਅੱਲਾਹੂ ਅਕਬਰ ਕਿਹਾ, ਬਿਸਮਿल्लाह ਰਹਿਮਾਨ ਰਹੀਮ ਕਿਹਾ। ਜੀਵ ਤੇ ਇੰਨਾ ਕੁਝ ਸਵਾਦ ਆਇਆ, ਕਹਿਣ ਲੱਗੇ ਮਾਂ ਸ਼ੱਕਰ ਨਹੀਂ ਖਾਣੀ, ਜੇ ਛੱਡਿਆ ਤਾਂ ਕੁਝ ਪਾ ਲਿਆ ਤਾਂ। ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ। ਅਸੀਂ ਡਿਟੈਚਮੈਂਟ ਦੀ ਕਥਾ ਕਰ ਰਹੇ ਹਾਂ, ਵੀ ਛੱਡ ਦਿਓ, ਆ ਵੀ ਛੱਡ ਦਿਓ। ਕੀ ਕਰੋ? ਨਾਮ ਵੀ ਨਹੀਂ,
ਬਾਣੀ ਵੀ ਨਹੀਂ, ਇਹ ਵੀ ਬਾਹਮਣਵਾਦ, ਇਹ ਵੀ ਬਾਹਮਣਵਾਦ। ਕੀ ਕਰੇ ਫਿਰ ਬੰਦਾ? ਫਿਰ ਚੇਤੇ ਰੱਖੋ, ਭੱਜਦਾ, ਕਹਿੰਦਾ ਸਿੱਖਾਂ ਦੇ ਗੁਰਦੁਆਰੇ ਤੇ ਕੁਝ ਵੀ ਕਰਨ ਨੂੰ, ਚਲੋ ਪੀਰ ਨੂੰ ਮੱਥਾ ਟੇਕ ਆਈਏ, ਫਲਾਣਾ ਸਿਮਰਨ ਕਰਾਉਂਦਾ ਉੱਥੇ ਚੱਲੀਏ, ਉਹਨੇ ਕੈਂਪ ਲਾਇਆ ਉੱਥੇ ਚੱਲੀਏ। ਮਾਰਾ ਬਾਬਾ ਜੀ ਕਹਿੰਦੇ ਨੇ ਤੂੰ ਮਾਨ ਛੱਡ। ਮੈਂ ਉਸ ਹੋ ਸਕਦਾ ਦੁਹਰਾਓ ਹੋਵੇ ਕਥਾ 'ਚ, ਇੱਕ ਬੇਟੀ ਨੂੰ ਮੈਂ ਅਰਜ਼ ਕੀਤੀ ਸੀ 22 23 24 ਸਾਲ ਘਰ ਪਾਲਦੀ ਹੈ ਨਾ, 25 26 ਸਾਲ ਤੱਕ। ਤੇ ਜੇ ਕਿਤੇ ਘਰੋਂ ਬਾਹਰ ਨਿਕਲੇ, ਪੁਰਾਤਨ ਸਮੇਂ ਦੀ ਮੈਂ ਗੱਲ ਕਰ ਰਿਹਾ, ਅੱਜ ਦੀ ਨਹੀਂ, ਅੱਜ ਚੇਤੇ ਰੱਖੋ, ਸੁਤੰਤਰਤਾ ਦੇ ਨਾਂ ਤੇ ਮਾਪਿਆਂ ਨੂੰ ਅਪਮਾਨਿਤ ਕੀਤਾ ਜਾਂਦਾ ਹੈ। ਲੋਕੀ ਅੰਦਰੋਂ ਦਬੇ ਬੈਠੇ ਨੇ ਸਿੱਖ। ਮੈਂ ਇੰਗਲੈਂਡ ਭਾਈ ਸਾਹਿਬ ਜਾਂਦੇ, ਅਮਰੀਕਾ ਕੈਨੇਡਾ ਇੰਗਲੈਂਡ ਜਾਈਦਾ, ਐਵੇਂ ਦਮਕਜੇ ਮਾਰਨੇ ਆ ਬਾਹਰ ਦੇ। ਸੱਚੀ ਗੱਲ, ਜੇ ਅੰਦਰੋਂ ਔਲਾਦ ਤੋਂ ਇੰਨੇ ਕੁ ਦੁਖੀ ਨੇ, ਪੁੱਛੋ ਕੁਝ ਨਾ। ਸੱਚੀ ਗੱਲ, ਬੰਦੇ ਲੋਕ ਦੁਖੀ ਨੇ। ਕਦੀ ਉਹ ਵਕਤ, ਅੱਜ ਮੀਡੀਆ, ਮੈਂ ਤਰਕ ਨਹੀਂ ਕਰਦਾ, ਸੁਤੰਤਰਤਾ ਦੇ ਨਾਂ ਤੇ ਬੱਚਿਆਂ ਨੂੰ ਮਾਪਿਆਂ ਦੇ ਹੱਥੋਂ ਕਢਾਉਂਦਾ ਪਿਆ। ਸਿਆਣੇ ਕਹਿੰਦੇ ਨੇ ਆਜ਼ਾਦੀ ਹੈ, ਪਰ ਆਜ਼ਾਦੀ ਦੀਆਂ ਵੀ ਕੁਝ ਪਾਬੰਦੀਆਂ ਨੇ। ਮੰਨ ਲਓ ਮੈਂ ਇਸ ਮੁਲਕ 'ਚ ਆਜ਼ਾਦ ਤੁਰ ਰਿਹਾ, ਪਰ ਜੇ ਮੈਂ ਕਹਾਂ ਮੈਂ ਗੱਡੀ ਹਾਈਵੇ ਤੇ ਸੱਜੇ ਨੂੰ ਚਲਾਂਗਾ ਤੇ ਮੈਨੂੰ ਜੁਰਮਾਨਾ ਹੋਵੇਗਾ। ਤੂੰ ਆਜ਼ਾਦ ਜ਼ਰੂਰ ਹੈ, ਪਰ ਆਜ਼ਾਦੀ ਵਿੱਚ ਵੀ ਪਾਬੰਦੀ ਹੈ, ਤੈਨੂੰ ਖੱਬੇ ਹੀ ਚੱਲਣਾ ਪਏਗਾ। ਆਜ਼ਾਦੀ ਦੀਆਂ ਕੁਝ ਪਾਬੰਦੀਆਂ ਨੇ। ਪਰ ਮੈਂ ਬੇਨਤੀ ਪ੍ਰਕਰਨ ਤੋਂ ਦੂਰ ਨਾ ਜਾਵਾਂ, ਛੱਡ ਦੇ ਪਖੰਡ ਨੂੰ, ਨਾਮ ਨੂੰ ਧਾਰਨ ਕਰ ਲੈ। ਪਰ ਅੱਗੇ ਮੈਂ ਕੱਲ ਵੀ ਅਰਜ਼ ਕਰਾਂ, ਕਈ ਵਾਰੀ ਨਾਮ ਵੀ ਪਖੰਡ ਲੋਕ ਬਣਾ ਦਿੰਦੇ। ਇੱਕ ਬੱਚੀ 22 23 24 ਸਾਲ ਮਾਪਿਆਂ ਦੇ ਘਰ ਰਹਿੰਦੀ, ਇੱਕ ਦਿਨ ਉਹ ਬਾਹਰ ਕਿਤੇ ਜਾਏ, 2 ਦਿਨ ਮਾਂ ਤੋਂ ਬਿਨਾਂ ਦਿਲ ਨਹੀਂ ਲੱਗਦਾ। ਉਹ ਆ ਕੇ ਕਹਿੰਦੀ, ਮਾਂ ਰੋਂਦੀ ਏ, ਮੈਂ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦੀ। ਪਰ ਉਸੇ ਧੀ ਨੂੰ ਜਦੋਂ ਵਿਆਹ ਦਿੰਦੇ ਆ, ਸਾਈਂ ਦੇ ਘਰ ਚਲੀ ਗਈ, ਸਾਈਂ ਦਾ ਸੁੱਖ ਮਾਣਿਆ, ਤੇ ਜੇ ਕਹੀਏ ਧੀਏ 2-4 ਦਿਨ ਰਹਿ ਜਾ, ਉਹ ਕਹਿੰਦੀ ਨਹੀਂ, ਮੇਰਾ ਆਪਣਾ ਗਵਾਚਦਾ ਪਿਆ। ਜਦੋਂ ਪਤੀ ਨਾਲ ਅਟੈਚਮੈਂਟ ਹੋ ਜਾਏ, ਮਾਪਿਆਂ ਦਾ ਘਰ ਆਪਣੇ ਆਪ ਹੀ ਛੁੱਟ ਜਾਂਦਾ। ਬਸ ਆਹ ਨੁਕਤਾ ਸਮਝੋ, ਧਰਮ 'ਚ ਜੁੜਨ ਵਾਲੇ ਪਾਸੇ ਤੁਰੋ, ਪਕੜ ਆਪਣੇ ਆਪ ਛੁੱਟ ਜਾਏਗੀ। ਅਸੀਂ ਕਹਿੰਦੇ ਕਾਮ ਕਿਵੇਂ ਜਾਏ, ਮੈਂ ਕਹਿੰਦਾ ਇਹਦੀ ਬਜਾਏ ਇਹ ਕਿਉਂ ਨਹੀਂ ਪੁੱਛਦੇ ਨਾਮ ਕਿਵੇਂ ਆਏ। ਅਸੀਂ ਕਹਿੰਦੇ ਕ੍ਰੋਧ ਕਿਵੇਂ ਜਾਏ, ਇਹਦੇ ਬਦਲੇ ਇਹ ਕਿਉਂ ਨਹੀਂ ਪੁੱਛਦੇ ਨਾਮ ਵਿੱਚੋਂ ਨਿਮਰਤਾ ਕਿਵੇਂ ਪੈਦਾ ਹੋਵੇ। ਬਸ ਚੇਂਜ ਹੋ ਜਾਊਗਾ ਸਭ ਕੁਝ, ਕਿਉਂਕਿ ਸਾਡੀ ਸੋਚ ਇੰਨੀ ਕੋਈ ਨੈਗੇਟਿਵ ਬਣਾ ਦਿੱਤੀ ਗਈ ਹੈ। ਮੈਨੂੰ ਯਾਦ ਰੱਖਿਓ, ਮੈਂ ਸ਼ਬਦ ਦੀ ਕਥਾ ਕਰ ਰਿਹਾ, ਪਰ ਤੁਸੀਂ ਮੇਰੇ ਸ਼ਬਦਾਂ ਦਾ ਵੀ ਗੁਲਾਮ ਮਤ ਬਣਿਓ। ਵੀ ਗੁਲਾਮੀ ਜੇ ਤੁਸੀਂ ਇਹਨੂੰ ਸੁਣ ਕੇ ਵੀ ਗੁਰੂ ਗ੍ਰੰਥ ਸਾਹਿਬ ਦਾ ਗੁਲਾਮ ਬਣਿਓ, ਜੋ ਬਾਣੀ ਕਹਿ ਰਹੀ ਹੈ। ਮੇਰੀ ਬੇਨਤੀ, ਛੋਡੀ ਲੈ ਪਖੰਡਾ, ਨਾਮ ਲੈ ਜਾਏ ਤਰੰਦਾ। ਮਹਾਰਾਜ ਜੀ ਨੇ ਕਿਹਾ, ਸਾਧੋ ਮਨ ਕਾ ਮਾਨ ਤਿਆਗੋ, ਤੇ ਨਾਲ ਸ਼ਬਦ ਕਿਹਾ, ਰਾਮ ਨਾਮ ਉਰਮੈ ਗਇਓ। ਮਾਨ ਤਿਆਗ ਦਿਓ, ਨਾਮ ਪਕੜ ਲਿਓ। ਸਤਿਗੁਰੂ ਨੇ ਕਿਹਾ, ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਨਾ। ਫਿਰ ਕਹਿਣ ਲੱਗੇ, ਲਾਗਨਾ ਲਾਗਨ ਨੀਕਾ, ਗੁਰ ਚਰਨੀ ਮਨ ਲਾਗਣਾ। ਦੇਖੋ, ਤਿਆਗਣਾ ਵੀ ਹੈ ਤੇ ਨਾਲ ਲਾਗਣਾ ਵੀ ਹੈ। ਅਵਗਣ ਛਾੜ ਗੁਣਾ ਕੋ ਧਾਵੋ, ਅਵਗਣ ਨੂੰ ਛੱਡ ਦਿਓ, ਛੋਡੀ ਲੈ ਪਖੰਡਾ। ਅਵਗਣ ਛਾੜ ਗੁਣਾ ਕੋ ਧਾਵੋ, ਕਰ ਅਵਗਣ ਪਛਤਾਹੀ ਜੀਓ। ਕਿ ਅਵਗਣਾ ਨੂੰ ਛੱਡਦੀ। ਅੱਜ ਸਤਿਗੁਰੂ ਨੇ ਕਿਹਾ, ਛੋਡੀ ਲੈ ਪਖੰਡਾ, ਨਾਮ ਲੈ। ਆ ਜਿਹੜੇ ਤੂੰ ਉੱਤੇ ਕਰਮ ਕਰ ਰਹੇ ਆ, ਪਖੰਡ ਨੇ। ਤੂੰ ਕਿਤੇ ਗੋਇਆ ਚੁੱਕ ਕੇ ਤੁਰਿਆ, ਫਿਰ ਧੋਤੀ ਟੋਪੀ ਸਭ ਕੁਝ। ਮਹਾਰਾਜ ਕਹਿੰਦੇ, ਕੰਮ ਕਰ, ਤੂੰ ਪ੍ਰਭੂ ਦਾ ਨਾਮ ਲੈ। ਨਾਮ ਲਏਗਾ, ਇਹ ਤਰੇਗਾ। ਸ਼ੁਰੂਆਤ ਮੈਂ ਕਰ ਦਿੱਤੀ ਹੈ। ਇਹ ਅਰਜ਼ ਜ਼ਰੂਰ ਹੈ ਕਿ ਸਵੇਰੇ ਜ਼ਰੂਰ ਆਇਓ। ਮੈਨੂੰ